ਸਤਿਗੁਰੂ ਤੇਰੀ ਓਟ ਹੈ। ਧੰਨ ਆਦਿ ਤੋਂ ਲੈ ਕੇ ਅਸੀਂ ਜੋ ਵੀ ਰਿਸ਼ੀ ਔਰ ਮੁਨੀ ਹਨ, ਜੋ ਵੀ ਦੁਨੀਆ 'ਤੇ ਕਲਾਕਾਰ ਹੈ, ਦੱਸਦੀ ਸਾਰਿਆਂ ਨੂੰ ਨਮਸਕਾਰ ਹੈ। ਕਿਉਂ ਅੱਗੇ ਵਾਸਤੇ ਨੂੰ ਬੋਲਣ ਦੀ ਦਾਤਾ ਬੁੱਧ ਬਖਸ਼ੇ। ਪੂਰਨ ਪਿਤਾ ਪਰਮਾਤਮਾ ਜੋ ਤਰੁਣ ਤੁਮਾਰਾ ਧਿਆਨ, ਮਨ ਮਤੇ ਮਨ ਦਾਸ ਕੋ ਦਾਤਾ ਬਖਸ਼ੋ ਸੁਧ ਗਿਆਨ। ਇਹਦੀ ਆਮ ਖਾਸ ਬੰਦੇ ਨੂੰ ਇਤਨਾ ਚੰਨ ਹੋਣਾ ਚਾਹੀਦਾ ਵੀ ਜੇ ਪੰਡਤਾਂ ਨੂੰ ਆਪਾਂ ਪੁੱਛ ਲਈਏ ਵੀ ਪੰਡਤ ਜੀ ਤੁਹਾਡੀ ਮੂੰਹੀ ਕਿੱਥੋਂ ਚੱਲੀ ਹੈ, ਉਹ ਕਹਿਣਗੇ ਜੀ ਵੇਦ ਵਿਆਸ ਤੋਂ ਚੱਲੀ ਹੈ। ਵੇਦ ਵਿਆਸ ਵੀ ਕਿੱਥੋਂ ਆਇਆ ਭਾਈ? ਉਹ ਇੱਕ ਧੁੰਦੂ ਰਿਸ਼ੀ ਜੀ ਹੋਏ ਨੇ। ਧੁੰਦੂ ਰਿਸ਼ੀ ਨੂੰ ਸਰਾਪ ਮਿਲਿਆ ਵੀ ਜਾਬ ਦੀ ਪੁੱਤਰੀਆਂ ਸੰਗ ਕਰੇਗਾ। ਉਸ ਨੇ ਉਹ ਸਰਾਪ ਸੁਣ ਕੇ ਰਿਸ਼ੀ ਦਾ ਦਰਿਆਓਂ ਪਾਰ ਜਾ ਬੈਠਾ। ਉਹ ਦਰਿਆਓਂ ਪਾਰ ਜਾ ਕੇ ਬਹਿ ਕੇ ਕਹਿੰਦਾ ਮੈਨੂੰ ਘਰ ਹੀ ਨਾ ਆਇਆ, ਮੈਂ ਕੰਮ ਹੀ ਨਾ ਕਰਿਆ, ਮੈਂ ਇਹ ਕੰਮ ਕੀ ਕਰ ਸਕਦਾ। ਉਸ ਮੌਕੇ ਬਹੁਤ ਟਾਈਮ ਸਮੇਂ ਲੰਘੇ। ਸਮੇਂ ਲੰਘਦਿਆਂ ਉਹਦੇ ਘਰ ਵਾਲੀ ਦੇ ਐਸਾ ਸਤਿਕਾਰ ਯਾਦ ਆਇਆ, ਪਿਆਰ ਆਇਆ। ਉਸ ਮੌਕੇ 'ਤੇ ਕਾਂ ਸੁਨੇਹਾ ਲੈ ਕੇ ਜਾਂਦਾ ਹੁੰਦਾ ਸੀ। ਉਹ ਕਾਂ ਨੂੰ ਕਹਿੰਦੀ, ਹੁਣ ਵੀ ਗਾਉਣ ਵਾਲਾ ਕਹਿੰਦਾ ਲੈ ਵੇ ਕਾਵਾਂ ਮੇਰਾ ਸੁਨੇਹਾ ਲੈ ਜਾ। ਉਹਨੂੰ ਕਹਿੰਦੀ ਕਾਵਾਂ ਜੇ ਤੂੰ ਮੇਰਾ ਸੁਨੇਹਾ ਲੈ ਜੇ, ਕਹਿੰਦਾ ਲਿਓ ਮਾਤਾ ਲੈ ਜਾਣਾ। ਉਹਨੇ ਲਿਖ ਕੇ ਚਿੱਠੀ ਕਾਂ ਦੇ ਗਲ 'ਚ ਪਾਤੀ। ਉਹਨੇ ਜਾ ਕੇ ਰਿਸ਼ੀ ਦੇ ਪੈਰਾਂ 'ਚ ਰੱਖਤੀ। ਪੈਰਾਂ 'ਚ ਉਹਨੇ ਦੇਖੀ ਚਿੱਠੀ, ਕਹਿੰਦਾ ਕਹਿੰਦਾ ਵੀ ਕਾਗ ਮੈਂ ਤਾਂ ਨਗਰ ਨਹੀਂ ਜਾ ਸਕਦਾ। ਆ ਇੱਕ ਤੈਨੂੰ ਮੈਂ ਚੀਜ਼ ਦਿੰਦਾ, ਉਹ ਲੈ ਜਾ, ਉਹ ਉਸ ਨੂੰ ਫੜਾ ਦੀ ਵੀ ਲਓ ਭਾਈ ਤੁਸੀਂ ਆਪਦੀ ਇਹਦੀ ਵਰਤੋਂ ਕਰ ਲਓ। ਉਸ ਨੇ ਆਪਦੀ ਬਿੰਦ ਪਾ ਕੇ ਰਬੜ ਦੇ ਵਿੱਚ ਉਹਦੀ ਠੁੰਗ ਦੇ ਵਿੱਚ ਫੜਾ ਦਿੱਤੀ। ਠੁੰਗ ਦੇ ਵਿੱਚ ਜਦੋਂ ਜਾ ਕੇ ਫੜਾਈ ਉਹਨੇ, ਉਹ ਡਾਰੀ ਮਾਰ ਗਿਆ। ਮੂਹਰੇ ਸਮੁੰਦਰ ਹੈ। ਸਮੁੰਦਰ 'ਤੇ ਕਾਮਾਂ ਨੇ ਸ਼ੋਰ ਪਾਤਾ, ਕਾਂ 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 ਕਰੀ ਜਾਂਦੇ ਨੇ। ਉਹਦੇ ਮਨ 'ਚ ਆਈ ਲਹਿਰ, ਜੋ ਕਾਂ ਕਹਿਣ ਲੱਗਾ ਮੂੰਹ 'ਚੋਂ ਰਬੜ ਡਿੱਗ ਪਈ। ਉਹ ਰਬੜ ਡਿੱਗਦੀ ਮੱਛੀ ਨੇ ਬੁੱਚ ਲਈ। ਉਸ ਮੱਛੀ ਦੇ ਪੇਟ ਦੇ ਵਿੱਚ ਹੀ ਲਟਕੀ ਪੈਦਾ ਹੋਈ ਹੈ। ਉਹ ਐਸਾ ਸਮਾਂ ਹੋਇਆ ਤਾਂ ਉੱਥੇ ਜਿਹੜਾ ਪੱਤਣ ਦਾ ਮਲਾਹ ਸੀਗਾ ਝਿਓਰ, ਉਹਨੇ ਕੁੰਡੀ ਲਾਤੀ। ਕੁੰਡੀ ਲਾ ਕੇ ਉਹ ਰੋਜ਼ ਆਹਾਰ ਕਰਦਾ ਹੈਗਾ, ਮੱਛੀ ਫੜ ਕੇ ਵੇਚ ਕੇ ਆਪਦਾ ਰੁਜ਼ਗਾਰ ਤੋਰਦਾ ਹੈ। ਉਹਨੇ ਕੁੰਡੀ ਲਾਈ, ਉਹ ਮੱਛੀ ਨੂੰ ਜਦੋਂ ਨਿਗਲੀ, ਮੱਛੀ ਦੇ ਕੁੰਡੀ ਫਸ ਗਈ। ਉਹਨੇ ਮੱਛੀ ਖਿੱਚ ਲਈ। ਮੱਛੀ ਖਿੱਚ ਕੇ ਜਦੋਂ ਉਹਨੇ ਆਪਾਂ ਤਾਂ ਮੱਛੀ ਨੂੰ ਨਿੱਕੇ ਲੋਟ ਵੜਦੇ, ਉਹ ਲੰਬੀ ਲੰਬੀ ਐਂ ਖੋਲ ਦਿੰਦੇ ਨੇ ਦੋਨੇ ਕੰਘੀਆਂ, ਦੋ ਕੰਘੀਆਂ ਹੁੰਦੀਆਂ ਚ। ਉਹਦੇ ਜਦੋਂ ਉਹਨੇ ਕੰਘੀਆਂ ਖੋਲੀਆਂ ਤੇ ਵਿੱਚੋਂ ਲਟਕੀ ਨਿਕਲੀ ਹੈ। ਉਹ ਕਹਿੰਦਾ ਹਾ 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 ਉਹ ਮੇਰਾ ਦਾਤਿਆ, ਉਹ ਅੱਲਾ ਤਾਲਾ ਖੁਦਾ, ਇਹ ਤਾਂ ਬੜੀ ਬਖਸ਼ ਕੀਤੀ ਹੈ। ਉਹਨੇ ਚੱਕ ਕੇ ਲਟਕੀ ਗਲ ਨਾਲ ਲਾਈ, ਉਸ ਦੀ ਪਾਲਣਾ ਕਰਨੀ ਸ਼ੁਰੂ ਕਰਤੀ। ਪਾਲਦਿਆਂ ਜਵਾਨ ਹੋਈ। ਕਿਉਂ ਹੋਏ 10-15 ਸਾਲ ਦੀ ਹੋਈ, 18 ਸਾਲ ਦੀ, ਅਤੇ ਉਹ ਰੋਟੀ ਲੈ ਕੇ ਮਲਾਹ ਦੀ ਪੱਤਣ 'ਤੇ ਆਇਆ ਕਰੇ। ਉੱਧਰੋਂ ਰਿਸ਼ੀ ਦਾ ਸਰਾਪ ਪੂਰਾ ਹੋ ਚੁੱਕਿਆ। ਰਿਸ਼ੀ ਵੀ ਉੱਠ ਕੇ ਤੁਰ ਪਿਆ ਵੀ ਚਲੋ ਆਪਣੇ ਟਾਈਮ ਲੰਘ ਗਿਆ, ਆਪਾਂ ਹੁਣ ਆਪਦੇ ਘਰ ਨੂੰ ਚੱਲੀਏ। ਜਦੋਂ ਆਇਆ ਪੱਤਣ 'ਤੇ, ਉਹ ਕੁੜੀ ਹੈ ਉਹਦੇ ਪਿਤਾ ਦੀ ਪ੍ਰਸ਼ਾਦਾ ਲੈ ਕੇ ਆ ਗਈ। ਉਹ ਰੋਟੀ ਖਾਣ ਲੱਗ ਗਿਆ। ਜਦੋਂ ਪ੍ਰਸ਼ਾਦਾ ਛਕਦਾ ਆ ਕੇ ਰਿਸ਼ੀ ਕਹਿੰਦਾ ਮਲਾਹ ਜੀ ਮੇਰਾ ਬੇੜਾ ਠੇਲ ਦੇ, ਮੈਂ ਪਾਰ ਲੰਘਣਾ। ਉਹ ਕਹਿੰਦੀ ਮੈਂ ਪ੍ਰਸ਼ਾਦਾ ਛਕਦਾ। ਕਹਿੰਦਾ ਮੈਨੂੰ ਇਹ ਗੱਲ ਮੈਨੂੰ ਨਹੀਂ ਪਤਾ ਹੈਗਾ, ਮੇਰਾ ਬੇੜਾ ਠੇਲ ਦੇ, ਨਹੀਂ ਮੈਂ ਸਰਾਪ ਦੇਊਂਗਾ। ਦੁਨੀਆ ਸਰਾਫੋਂ ਤੋਂ ਚੱਲਦੀ ਸੀ ਉਸ ਮੌਕੇ। ਉਸ ਨੇ ਜਦੋਂ ਇਤਨੀ ਗੱਲ ਕਹੀ ਤਾਂ ਉਹ ਜੀਤਾ ਹੁਣ ਰੋਟੀ ਤਾਂ ਹੀ ਕਿਹਾ, ਕਹਿੰਦੇ ਭਜਨ ਪਦਾਰਥ ਖਜ਼ਾਨਾ ਨਾਰੀ, ਚਾਰੇ ਪਰਦੇ ਦੇ ਅਧਿਕਾਰੀ। ਪ੍ਰਸ਼ਾਦਾ ਖਾਂਦਾ ਗੁਰੂ ਕਾ ਸਿੱਖ ਉੱਠ ਕੇ ਤੁਰੂਗਾ ਨਹੀਂ। ਨਾ ਉਹ ਬੋਲੀ, ਉਹਦਾ ਧਿਆਨ ਪ੍ਰਸ਼ਾਦੇ 'ਚ ਹੀ ਹੁੰਦਾ ਹੈ। ਉਸ ਮੌਕੇ ਦਾ ਧਿਆਨ ਉੱਥੇ ਸੀ। ਉਹ ਕੁੜੀ ਨੂੰ ਕਹਿੰਦਾ ਬੇਟੀ, ਕਹਿੰਦੀ ਹਾਂ ਬਾਪੂ ਜੀ। ਕਹਿੰਦਾ ਉਰੇ ਆ। ਜਦੋਂ ਆਈ ਕੋਲੇ, ਕਹਿੰਦਾ ਕਿੱਲੋਂ ਸੰਗਲ ਖੋਲ ਕੇ ਬਾਬੇ ਦਾ ਬੇੜਾ ਠੇਲ ਦੇ, ਇਹਨੂੰ ਬੰਨੇ ਲਾਇਆ, ਮੈਂ ਪ੍ਰਸ਼ਾਦਾ ਛਕਦਾ। ਕੁੜੀ ਨੇ ਬੇੜਾ ਠੇਲਤਾ, ਲੈ ਕੇ ਚੱਪਾ ਵਿੱਚ ਬਹਿ ਗਈ, ਵਿੱਚੇ ਸਾਧ ਬਹਾ ਲਿਆ। ਜਾ ਕੇ ਵਿਚਕਾਏ ਸਮੁੰਦਰ ਦੇ ਦਰਿਆ ਦੇ ਵਿਚਾਲੇ ਜਾ ਕੇ ਸਾਧ ਬੇਈਮਾਨ ਹੋ ਗਿਆ।
ਅੱਛਾ। ਉਹਨੂੰ ਕਹਿੰਦਾ ਵੀ ਤੇਰੇ ਨਾਲ ਬਲਾਤਕਾਰੀ ਕਰੂੰਗਾ। ਹੂੰ। ਉਹ ਕਹਿੰਦੇ ਉਤੋਂ ਵਾਹਿਗੁਰੂ ਇਹ ਗੱਲ ਨਹੀਂ ਹੋ ਸਕਦੀ ਕਦੇ ਵਾਸਤੇ ਵੀ। ਨਾ 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 ਅਜਿਹੀ ਇਹ ਗੱਲ ਤਾਂ ਕਦੰਤ ਵੀ ਨਹੀਂ ਹੋ ਸਕਦੀ। ਹੂੰ। ਕਹਿੰਦਾ ਨਹੀਂ ਮੈਂ ਸ਼ਰਾਪ ਦਿੰਦਾ, ਅੱਛਾ। ਮੈਂ ਸ਼ਰਾਪ ਦਿੰਦਾ। ਹੂੰ। ਉਹ ਕਹਿੰਦੀ ਨਹੀਂ, ਅਗਾਹੀ ਬਹੁਤੀ ਹੈ। ਹੂੰ। ਚਾਰ ਸਵੇਰੇ ਦੁਨੀਆ ਦੇਖਦੀ ਹੈ, ਉੱਪਰ ਸੂਰਜ ਵੀ ਦੇਖ ਰਿਹਾ। ਹੂੰ। ਤਾਂ ਇਹ ਤਾਂ ਅਜਿਹੀ ਗੱਲ ਨਹੀਂ। ਕਹਿੰਦਾ ਜੇ ਪਰ ਸੂਰਜ ਬੰਦ ਹੋ ਜੇ, ਹੂੰ। ਕਹਿੰਦੀ ਫਿਰ ਸੋਚਾਂਗੇ। ਉਹਨੇ ਭਰ ਕੇ ਮਰੀ ਚੂੜੀ ਨੇਰ ਤੋਂ ਗਾੜ ਕੇ ਧੁੰਦ ਬਣਾ ਦਿੱਤੀ। ਹੂੰ। ਧੁੰਦ ਉੱਥੋਂ ਬਣੀ ਹੈ ਜੀ ਇਹ। ਅੱਛਾ। ਉਹਦੇ ਨਾਲ ਬਲਾਤਕਾਰੀ ਹੋਈ। ਅੱਛਾ। ਜਦੋਂ ਬਲਾਤਕਾਰੀ ਹੋ ਚੁੱਕੀ, ਹੂੰ। ਉਹ ਕਹਿੰਦੀ ਸਦਾ ਵੀਰ ਜਵਾਬ ਕਰ ਲੈ, ਮੈਂ ਢਿੱਡ ਟੱਕਰ ਮਾਰ ਕੇ ਹੁਣੇ ਮਰ ਜੂ, ਤੇਰਾ ਮੈਂ ਸ਼ਰਾਪ ਦਿਉ ਤੈਨੂੰ। ਹੂੰ। ਮੈਂ ਮਾਪਿਆਂ ਕੋਲ ਕੁਆਰੀ ਆਈ, ਹੂੰ। ਬੱਚਾ ਲੈ ਕੇ ਕਿਉਂ ਜਾ ਸਕਦੀ ਹਾਂ ਮੈਂ ਉੱਥੇ? ਨਹੀਂ ਜਾ ਸਕਦੀ। ਕਹਿੰਦਾ ਹੋ ਬਣ ਗਈ ਭਾ ਦੀ। ਹੂੰ। ਕਹਿੰਦਾ ਅੱਛਾ ਬੇਟੀ, ਤੂੰ ਵੀ ਅੱਲਾਹ ਤਾਲਾ ਖੁਦਾ ਦੀ ਬੇਨਤੀ ਕਰਤੇ ਮੈਂ ਵੀ ਕਰਦਾ, ਇਹ ਸਿਰੇ ਜਾਣ ਤੋਂ ਪਹਿਲਾਂ ਪਹਿਲਾਂ ਤੇਰੇ ਪੈਦਾ ਹੋ ਜਾਊਗਾ। ਅੱਛਾ। ਦਰਿਆ ਤੋਂ ਸਿਰੇ ਪੱਥਰ ਤੇ ਲੱਗਣ ਤੋਂ ਪਹਿਲਾਂ ਪਹਿਲਾਂ ਤੇਰੇ ਪੈਦਾ ਹੋ ਜਾਣਾ। ਅੱਛਾ। ਇਹ ਗੜਵੀ ਆਸਣ ਲੈ ਕੇ ਆਪਦੀ ਭਗਤੀ ਨੂੰ ਤੁਰ ਜੂਗਾ ਤੇ ਤੂੰ ਪੇਕਿਆਂ ਕੋਲ ਮਾਪਿਆਂ ਕੋਲ ਅਸੀਂ ਚਲੀ ਜਾਈਂ। ਅੱਛਾ। ਕਿ 7 ਬੱਚੇ ਉਹੀ ਗੱਲ ਹੋਈ ਭਾਈ। ਗਾਹਾਂ ਜੋ ਅਗਲੇ ਪਾਰ ਗਏ ਉਹ ਪੈਦਾ ਹੋਇਆ। ਹੂੰ। ਵੀਰ ਬਿਆਸੇ ਗੜਵੀ ਆਸਣ ਲੈ ਕੇ ਤੁਰ ਗਿਆ, ਉਹ ਵਾਪਸ ਮੁੜ ਗਈ। ਹੂੰ। ਉਥੋਂ ਵੇਦ ਵਿਆਸ ਨੇ 18 ਪੁਰਾਣ ਲਿਖਿਆ ਜੀ। ਅੱਛਾ। ਐਡਾ ਬਦਮਾਨ ਅੱਜ ਤੇ ਦੁਨੀਆ 'ਚ ਹੋਇਆ ਨਹੀਂਗਾ। ਹੂੰ। 18 ਪੁਰਾਣ ਵੇਦ ਵਿਆਸ ਨੇ ਲਿਖੇ। ਹੂੰ। ਉਸ ਨੂੰ ਜਿਹੜੀ ਕਥਾ ਚੱਲਦੀ ਹੈ, ਹੂੰ। ਵੇਦ ਵਿਆਸ ਨੂੰ ਕਥਾ ਵਿਸ਼ਨੂੰ ਭਗਵਾਨ ਨੇ ਸੁਣਾਈ ਸੀ। ਹੂੰ। ਇਹ ਕਥਾ ਅੱਛਾ ਜੀ। ਇਹ ਹੈ ਵਿਸ਼ਨੂੰ ਭਗਵਾਨ ਤੋਂ ਕਥਾ ਸੁਣ ਕੇ ਸਹੇ ਵੇਦ ਵਿਆਸ ਨੇ ਸੁਖਦੇਵ ਸਵਾਮੀ ਨੂੰ ਸੁਣਾਈ ਹੈ। ਹੂੰ। ਸੁਖਦੇਵ ਮੁਨੀ ਨੇ ਆ ਕੇ ਰਾਜੇ ਪ੍ਰੀਸਤ ਨੂੰ ਕਥਾ ਸੁਣਾਈ ਹੈ। ਹੂੰ। ਇਹ ਕਥਾ ਜੁਗੋ ਜੁਗ ਅਟਲ ਲਾਉਂਦੀ ਹੈ। ਹੂੰ। ਉੱਥੋਂ ਵੇਦ ਵਿਆਸ ਦੇ ਲਟਕੇ 2 ਹੋਏ ਹੈ, ਅੱਛਾ। ਅਸ਼ਟਾਵਕਰ ਹੂੰ। ਤੇ ਸੁਖਦੇਵ। ਉਧਰੋਂ ਪਾਰਵਤੀ ਕਹਿਣ ਲੱਗੀ, ਕਹਿੰਦੀ ਸਵਾਮੀ ਜੀ ਅਮਰ ਕਥਾ ਹੀ ਸੁਣਾ ਦਿਓ। ਹੂੰ। ਉਹ ਕਹਿੰਦਾ ਕਮਲੀਏ, ਬੁੜੀਆਂ ਨੂੰ ਅਮਰ ਕਥਾ ਕੀ ਪਤਾ ਹੁੰਦਾ ਹੈ? ਹੂੰ। ਕਹਿੰਦਾ ਇਹ ਗੱਲ ਝੂਠੀ, ਅਮਰ ਕਥਾ ਸੁਣਾ। ਨਹੀਂ, ਉਹ ਰੁੱਸਦੀ ਹੁੰਦੀ ਸੀ। ਹੂੰ। ਉਹਨੇ ਕਿਹਾ ਜੇ ਰੁੱਸ ਮੂੰਹ ਹਰੂ ਜੇ ਕਰ ਲੈ, ਕਹਿੰਦੀ ਜੰਗਲ ਹੈ ਸੁਣ ਲੈ। ਕਹਿੰਦਾ ਹੂੰ। ਉਹਨੇ ਅਮਰ ਕਥਾ ਪ੍ਰਕਾਸ਼ ਕਰ ਲਈ। ਉਹ ਆਪਾਂ ਪਹਿਲਾਂ ਵੀ ਗੱਲ ਕਰੀ ਹੂੰ। ਵੀ ਜਿਹੜਾ ਭਜਨ ਹੈ ਪੜਦੇ ਚ ਹੁੰਦਾ ਹੈ। ਹੂੰ। ਉਹਨੇ ਕਥਾ ਪ੍ਰਕਾਸ਼ ਕਰ ਲਈ। ਜੇ ਕਥਾ ਜਿਹੜੀ ਹੈ, ਕਥਾ ਨੂੰ ਜੇ ਵਿਚਾਰੋਂ ਟੋਕੇਗਾ ਤਾਂ 7 ਕੁਲਾਂ ਦਾ ਪਾਪ ਹੈ। ਅੱਛਾ। ਜੇ ਛੱਡਦਾ ਤਾਂ ਵੀ 7 ਕੁਲਾਂ ਦਾ ਪਾਪ ਹੈ। ਹੂੰ। ਉਹ ਕਥਾ ਕਰਨ ਲੱਗ ਗਿਆ। ਹਮੇਸ਼ਾ ਵਾਸਤੇ ਜਿਹੜੀ ਰੱਬ ਦੇ ਘਰ ਦੀ ਕਥਾ ਹੈ ਨਾ, ਉੱਥੇ ਅੱਖ ਲੱਗੂ। ਕਲਯੁਗ ਨੇ ਆਉਣੀ ਹੈ ਲਾਜ਼ਮੀ, ਟੂਲਾ ਹੋਊਗਾ। ਅੱਛਾ। ਪਾਰਵਤੀ ਦੀ ਅੱਖ ਲੱਗ ਗਈ। ਹੂੰ। ਅੱਖ ਲੱਗੀ ਪਾਰਵਤੀ ਦੀ। ਉਹ ਨਾ ਤਾਂ ਕਥਾ ਖੜਾ ਸਕਦਾ ਹੈ, ਹੂੰ। ਨਾ ਉਹਨੂੰ ਹਿਲਾ ਸਕਦਾ ਹੈ। ਹੂੰ। ਉਧਰ ਇੱਕ ਤੋਤੀ ਦਾ ਆਂਡਾ ਪੜਿਆ ਹੋਇਆ ਆਲਣ 'ਚ ਪਿਆ ਸੀ। ਅੱਛਾ। ਆਵਾਜ਼ ਉਹ 'ਚ ਪੈਣੀ ਸ਼ੁਰੂ ਹੋ ਗਈ। ਹੂੰ। ਆਵਾਜ਼ ਉਹ 'ਚ ਪੈਣੀ ਸ਼ੁਰੂ ਹੋ ਗਈ। ਉਦੋਂ ਅਮਰ ਕਥਾ ਸੰਪੂਰਨ ਹੋ ਗਈ ਤੇ ਬੱਚਾ ਤਿਆਰ ਹੋ ਗਿਆ। ਹੂੰ। ਪਾਰਵਤੀ ਸੰਪੂਰਨ ਕਰਕੇ ਕਹਿੰਦਾ ਪਾਰਵਤੀ ਹੂੰ। ਕਿ ਹਾਂ ਸਵਾਮੀ ਦੱਸੋ। ਕਹਿੰਦਾ ਕੋਈ ਆਪਣੀ ਕਥਾ ਲੁੱਟ ਕੇ ਬਾਣੀ ਲੁੱਟ ਕੇ ਲੈ ਗਿਆ। ਹੂੰ। ਉਹਨੇ ਪਾਇਆ ਤਰਸੂਲ ਨੂੰ ਹੱਥ ਵੀ, ਜਿਹਨੇ ਮੇਰੀ ਬਾਣੀ ਲੁੱਟਾ ਮਾਰੂੰਗਾ ਮੈਨੂੰ। ਹੂੰ। ਉਹਨੇ ਤਾਂ ਤਰਸੂਲ ਨੂੰ ਹੱਥ ਪਾ ਲਿਆ। ਹੂੰ। ਉਹ ਫਰ ਕਰਕੇ ਉਡਾਰੀ ਮਾਰ ਕੇ ਉੱਡ ਗਿਆ। ਅੱਛਾ। ਮਗਰ ਬਾਜ ਬਣ ਕੇ ਉੱਡ ਗਿਆ। ਹੂੰ। ਪਾਰਵਤੀ ਡੇਗੀ ਬੈਠੀ। ਅੱਛਾ। ਉਹ ਉੱਥੇ ਜਾ ਕੇ ਉਸ ਮੌਕੇ ਪੰਡਤ ਵੇਦ ਵਿਆਸ ਦੇ ਘਰਾਂ ਵਾਲੇ ਕੇਸੀ ਨਹਾ ਕੇ ਅਗਵਾੜੀ ਵਾਸੀ ਲੈਣ ਲੱਗੀ ਸੀ। ਅੱਛਾ। ਉਹਦੇ ਮੂੰਹ 'ਚ ਵੜ ਗਿਆ ਤੋਤਾ। ਅੱਛਾ। ਮੂੰਹ 'ਚ ਵੜ ਗਿਆ। ਉਹ ਬਾਹਰ 'ਚ ਧੂੰਆਂ ਲਾ ਕੇ ਬਹਿ ਗਿਆ। ਹੂੰ। ਧੂਣਾ ਲਾ ਕੇ ਬਹਿ ਗਿਆ ਉਹ ਹੂੰ। ਵੀ ਜਦੋਂ ਨਿਕਲੇਗਾ ਉਦੋਂ ਮਾਰੂ, ਮੈਂ ਛੱਡਦਾ ਨਹੀਂ ਤੈਨੂੰ। ਹੂੰ। ਉੱਥੇ ਬੈਠੇ ਨੂੰ 12 ਸਾਲ ਹੋ ਗਏ ਜੀ। ਅੱਛਾ ਜੀ। 12 ਸਾਲ ਨਾ ਤਾਂ ਉਹ ਨਿਕਲੇ ਤੇ ਨਾ ਉਹ ਉੱਠੇ। ਅੱਛਾ। ਬੁੜੀ ਮਾਰੇ ਕੂਕਾਂ ਵੀ ਹੇ ਸੱਚੇ ਪਾਤਸ਼ਾਹ, ਹੇ ਅੱਲਾਹ ਤਾਲਾ, ਹੇ ਮੇਰੇ ਖੁਦਾ। ਉਰਦ 9 ਮਹੀਨਿਆਂ ਦਾ ਹੁੰਦਾ, ਮੇਰੇ ਪੇਟ 'ਚ ਕੀ ਵੜ ਗਿਆ, ਸਾਲ 12 ਹੋ ਗਏ। ਅੱਛਾ। ਮੇਰਾ ਸੱਚੇ ਪਾਤਸ਼ਾਹ ਖਾੜਾ ਕਿਉਂ ਨਹੀਂ ਛੁੱਟਦਾ? ਹੂੰ। ਉਹਨੇ ਜਦੋਂ ਦਿੱਤੀਆਂ ਦੁਹਾਈਆਂ, ਹੂੰ। ਪ੍ਰਭੂ ਦੇ ਵੱਜੇ ਡਾਂਕੇ ਨੇ ਵਿਸ਼ਨੂੰ ਭਗਵਾਨ ਦੇ ਮਾਰੀ ਨਿਗਾਹ ਆਕਾਸ਼ੋਂ 'ਚ। ਹੂੰ। ਕਹਿੰਦਾ ਕਾਇਦਾ ਸਾਰੀ ਦੁਨੀਆ ਸੁਖੀ ਬੈਠੀ ਹੈ।
ਪਤਾਲ ਚ ਮਾਰੀ, ਕਹਿੰਦਾ ਨਿਗਾਹ ਸੂਈ ਬੈਠੀ। ਜਦੋਂ ਮਾਤ ਲੋਕ ਚ ਆਇਆ ਕਹਿੰਦਾ ਓਹੋ ਹੂੰ ਹੋ ਬੁੜੀ ਲਮਕੀ ਜਾਂਦੀ ਆ ਕਿ ਬੈਠੀ। ਹੂੰ ਉਹਦੇ ਕੋਲੋਂ ਆਇਆ, ਜਾਂ ਆਇਆ ਤਾਂ ਉਹ ਧੂਆਂ ਚ ਲਾਈ ਬੈਠਾ, ਹੂੰ ਗੱਡੀ ਬੈਠਾ ਤਰਸੂਲ। ਹੂੰ ਉਹਨੇ ਕਿਹਾ ਵੀ ਜੇ ਇਹਦੇ ਨਾਲ ਆਪਾਂ ਝਗੜਾ ਹੋਇਆ ਤਾਂ ਕਿਤੇ ਜੁਗ ਨਾ ਪਲਟ ਜੇ। ਉਹ ਭਗਵਾਨ, ਉਹ 3 ਲੋਕ ਦਾ ਮਾਲਕ ਹੈ, ਹੂੰ ਸ੍ਰਿਸ਼ਟੀ ਦਾ। ਹੂੰ ਉਹਨੇ ਕਿਹਾ ਵੀ ਹੁਣ ਕੋਈ ਜੁਗਤ ਬਣਾਈਏ। ਅੱਛਾ ਉਹ ਬਾਬਾ ਵਿਸ਼ਵਕਰਮਾ ਕੋਲੇ ਪਹੁੰਚਿਆ। ਹੂੰ ਵਿਸ਼ਵਕਰਮਾ ਨੂੰ ਜਾ ਕੇ ਵਿਸ਼ਵਕਰਮਾ ਕੋਲੇ ਜਦੋਂ ਗਿਆ, ਭਗਵਾਨ ਕਹਿੰਦਾ ਆਓ ਭਗਵਾਨ ਜੀ, ਜੀ ਆਇਆਂ ਨੂੰ, ਆਓ ਆਓ, ਦੱਸੋ ਜੀ ਕਿਵੇਂ ਆਉਣੇ ਹੋਏ। ਕਹਿੰਦੇ ਜੀ ਸਾਨੂੰ ਇੱਕ ਹੁੱਕਾ ਬਣਾ ਕੇ ਦਿਓ। ਹੂੰ ਵਿਸ਼ਵਕਰਮਾ ਕਹਿੰਦਾ ਕੀ? ਕਹਿੰਦਾ ਹੁੱਕਾ ਬਣਾ। ਕਹਿੰਦਾ ਕਿਹੋ ਜਿਹਾ ਹੁੰਦਾ? ਹੂੰ ਇੱਥੇ ਲਿਖਣ ਨੂੰ ਦੱਸੀਗਾ। ਜਦੋਂ ਐਂ ਕਰਕੇ ਲਿਖਰ ਮਾਰ ਕੇ ਕਹਿੰਦਾ ਚੱਕ ਲਾ, ਸੋਨੇ ਦਾ ਬਣ ਗਿਆ। ਅੱਛਾ ਵਿਸ਼ਵਕਰਮਾ ਨਿਗਾਹ ਨਾਲ ਕੰਮ ਕੋਈ ਹੱਥ ਨਹੀਂ ਲਾਈ ਉਹਨੇ, ਅੱਛਾ ਉਹਦੀ ਨਿਗਾਹ ਕੰਮ ਕਰਦੀ ਸੀ। ਉਹ ਜਦੋਂ ਉੱਥੇ ਤਿਆਰ ਕੀਤਾ, ਉਸਨੇ ਕਿਹਾ ਵੀ ਹੁਣ ਆਪਾਂ ਚੱਲੀਏ, ਸਾਰੇ ਨਸ਼ਿਆਂ ਨੂੰ ਨਸ਼ਾ ਤੇਜ਼ ਸੁਲਫਾ ਹੈ। ਅੱਛਾ ਜਿਹੜਾ ਸੁਲਫਾ ਤੇਰੀ ਜੀਭ ਦੇ ਨਾਲ ਲੱਗਣ ਸਾਰਾ ਹਟਾ ਕੇ ਮਾਰੂ ਤੈਨੂੰ। ਅੱਛਾ ਜਿਹੋ ਜਿਹਾ ਕਾਤੂ ਚੱਲ ਗਿਆ ਹੂੰ ਤੇ ਜਿਹੋ ਜਿਹਾ ਸੁਲਫੇ ਦਾ ਨਸ਼ਾ ਚੱਲ ਗਿਆ। ਹੂੰ ਉਹ ਕਹਿੰਦਾ ਹਾਂ 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 ਉਹ ਭਗਵਾਨ ਜੀ, ਆਓ ਆਓ ਸ਼ੰਕਰ ਜੀ, ਹੂੰ ਨਾਥ ਜੀ, ਹੂੰ ਜੈ ਹੋ ਜੈ ਹੋ। आज महाराज थोड़े बात एक चीज़ भेंट आई है। शिव जी कहता की? हाँ की ले आए होए? कहता वाली सोहनी है। वो सारा तैयार किया हुआ थी, अग उग सारी पा के तैयार करके लिया सीगा। वो कहते जी ऐ करके देखो, ऐ करके देखो। जो नाली लड़की ला के मूँह में जो सड़ाका मारा तो सुल्फा छड़ता टोपी च। जो सुल्फा छड्डिया बस सुल्फे का कोई सूटा मारा, नशा आया होया खुश, कहना हा 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 ताड़ी मार के हस पिया। कहना भोला जी शंकर जी माता जी कित्थे है? वो कहना इत्थे पींग झूटी जाती, बिंदक हो गया 12 साल नूं बिंद की दसे। अच्छा इत्थे झूटी जाती सी। कहना चलो आपां उहनूं भालीए, पड़ताल करिए किधर भागी माता जी। ਉਹਨੇ ਵੜਿਆ ਕੇ ਉੱਥੋਂ ਠਾ ਲਿਆ। ਅੱਛਾ ਠਾ ਕੇ ਉਹ ਠਾ ਲਿਆ। ਵੇਦ ਵਿਆਸ ਦੇ ਪੁੱਤਰ ਨੇ ਸੁਖਦੇਵ ਨੇ ਜਨਮ ਲਿਆ। ਉਹ ਤੋਂ ਲੈ ਕੇ ਉਹ ਤਾਂ ਉਦੋਂ ਉਹਨੂੰ ਭਾਲ ਡਬਾਗੇ। ਉਹਨੂੰ ਭਾਲਦਿਆਂ 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 ਉਧਰ ਜਿਹੜਾ ਭਸਮਾ ਸੁਰ ਸੀਗਾ ਉਹਨੇ ਵਹਿਬਤ ਕਰਤੀ। ਅੱਛਾ ਉਹਨੇ ਪਾਰਵਤੀ ਪੁੱਛ ਲਈ, ਉਹਨੂੰ ਲਾ ਮੂੰਹ ਲਾ ਲਈ। ਕਹਿੰਦਾ ਚੱਲ ਉਹਦੇ ਕੋਲੇ ਭਸਮ ਕੜਾ, ਜਿਹੜਾ ਕੜਾ ਭਸਮ ਹੈ। ਅੱਛਾ ਇਹ ਐਵੇਂ ਕੜਾ ਨਹੀਂ ਹੈ, ਇਹ ਕਿਸੇ ਗੱਲ 'ਤੇ ਬਣਿਆ ਹੋਇਆ, ਵਿਸ਼ਵਕਰਮਾ ਨੇ ਬਣਾਇਆ ਕੜਾ। ਅੱਛਾ ਇਹ ਜਦੋਂ ਤੇਰੇ ਐਂ ਕਰਕੇ ਸਿਰ 'ਤੇ ਆ ਕੇ ਕਹਿੰਦਾ ਭਸਮ ਲਾਟ ਕੱਢ ਦੂੰ, ਫੂਕ ਦੂੰ ਬੰਦੇ ਨੂੰ। ਅੱਛਾ ਇਹ ਐਸੀ ਸ਼ਕਤੀ ਦਾ ਮਾਲਕ ਕੜਾ ਹੈ। ਉਹ ਭਸਮਾਸੁਰ ਨੇ ਤਾਂ ਉਧਰੋਂ ਕੰਮ ਕਰਤਾ। ਉਧਰੋਂ ਵੇਦ ਵਿਆਸ ਦੇ ਪੁੱਤਰ ਨੇ ਪਾਲਣਾ ਹੋਣ ਲੱਗ ਗਈ। ਪਲਣਾ ਹੁੰਦਿਆਂ 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 ਭਾਈ ਉਹ ਵੀ ਜਵਾਨ ਹੋਇਆ। ਲੈ ਕੇ ਗੜਬੀ ਤੇ ਆਸਣ ਜਾ ਕੇ ਸੁਖਦੇਵ 12 ਸਾਲ ਦਾ ਹੈਗੇ ਸੀ ਮਾਂ ਦੇ ਪੇਟ 'ਚ, ਉਰਦ ਦੇ ਵਿੱਚ ਤੇ ਉਹਨੇ ਸਭ ਤਿਆਗ ਕੀਤਾ ਤੀ। ਸਭ ਕਿਸੇ ਦਾ ਗਰਭ ਤਿਆਗੀ ਬਾਈ ਦਾ। ਜਾ ਗੜਬੀ ਆਸਣ ਲੈ ਕੇ ਜਾ ਕੇ ਬੰਦਗੀ ਕਰਨ ਬਹਿ ਗਿਆ। ਬੰਦਗੀ ਕਰਨ ਬੈਠਾ ਰਿਹਾ। ਬੈਠੇ ਬੈਠੇ ਉਹ ਲੰਘ ਕੇ ਜਟਾਂ ਵਧੀ ਗਿਆ, ਸਿਰ 'ਤੇ ਬੇਟੀਆਂ ਵਧੀ ਗਈਆਂ, ਸਿਰ 'ਤੇ ਬੇਟੀਆਂ। ਉਹ ਵੱਡਾ ਟੋਕਰਾ ਬਣ ਗਿਆ ਜਦੋਂ ਵਿਚੜੀਆਂ ਜਨੌਰਾਂ ਨੇ ਆਲ੍ਹਣੇ ਪਾ ਲਏ। ਵਿੱਚ ਆਲ੍ਹਣੇ ਪਾਏ ਹੋਏ ਕਹਿੰਦੇ ਆਹ ਜਾਨਵਰਾਂ ਨੇ ਕਿਨੇ ਭਾਖਿਆ ਦਿੱਤੀ ਵੀ ਉਹ ਜਾਨਵਰੋ ਆਪਾਂ ਇੱਕ ਵੱਡਿਆਂ ਦਾ ਲੇਖ ਹੈ ਵੀ ਗੁਰ ਬਿਨ ਮਾਲਾ ਫੇਰਤਾ ਤੇ ਗੁਰੂ ਬਿਨਾ ਦਿੱਤਾ ਦਾਨ। गुरु बिना दान हराम है, जो पूछो वेद पुराण। हमको नुगरा ना मिले, जो पापी मिले 1000। एक नुगरे के सिर पर लख पापियों का पार। कहती ਇਹਦਾ ਗੁਰੂ ਕੋਈ ਨਹੀਂ ਜਿਹਦੇ ਆਪਾਂ ਲੜ ਲੱਗੇ ਹੋਏ ਆ। ਸੁੱਖ ਦਾ ਗੁਰੂ ਕੋਈ ਨਹੀਂ ਸੀਗਾ, ਜਿਹਦਾ ਗੁਰੂ ਕੋਈ ਨਹੀਂ ਹੈ। ਆਪਾਂ ਲੜ ਲੱਗੇ ਆਪਾਂ ਇਹ ਡੁੱਬਿਆ ਆਪਾਂ ਵੀ ਡੁੱਬੋ ਦੂ। ਉਹ ਇੰਨੀ ਕਹਿ ਕੇ ਉਡਾਰੀਆਂ ਮਾਰ ਗਏ। ਅੱਛਾ ਜਦੋਂ ਮਾਰ ਕੇ ਉਡਾਰੀਆਂ, ਓਹ ਐਸਾ ਮਨ ਦੇ ਵਿੱਚ ਬਰਾਗ ਆਇਆ, ਅੱਖਾਂ 'ਚ ਉੱਥਰੂ ਡਿੱਗਦੇ ਆ। ਅਤੇ ਉੱਠ ਕੇ ਆ ਕੇ ਵੇਦ ਵਿਆਸ ਦੇ ਜਟਾਂ ਝਾੜਤੀਆਂ,
ਆ ਕੇ ਬੇਵੇ ਚਰਨਾਂ ਤੇ ਸੀਸ ਰੱਖਤਾ। ਹੂੰ ਕਹਿੰਦਾ ਬਾਪੂ ਜੀ ਅੱਜ ਮੇਰੇ ਨਾਲ ਆਹ ਹਾਲਤ ਵਰਤੀ ਹੈ ਹੂੰ ਤੇ ਮੈਂ ਗੁਰੂ ਕਿਹਨੂੰ ਮੰਨਾਂ? ਹੂੰ ਮੈਂ ਜੀ ਤੁਹਾਨੂੰ ਗੁਰੂ ਮੰਨ ਲੈਣਾ। ਕਹਿੰਦਾ ਨਾ, ਤੂੰ ਮੇਰਾ ਪੁੱਤ ਹੈ। ਹੂੰ ਤ੍ਰੇਤੇ ਯੁੱਗ ਦਾ ਗੁਰੂ ਰਾਜਾ ਜਨਕ ਹੈ, ਅੱਛਾ ਜਾ ਕੇ ਉਹਨੂੰ ਗੁਰੂ ਮੰਨ। ਹੂੰ ਕਹਿੰਦਾ ਸਤ ਬਚਨ ਜੀ। ਇਹ ਸੁਖਦੇਵ 15 ਕਲਾਂ ਸਪੂਰਨ ਹੈ ਜੀ। ਹੂੰ ਇਹ ਜਾ ਕੇ ਜੋ ਗਿਆ, ਜਾ ਕੇ ਝਾਕਿਆ ਸਿੱਧਾ ਹੀ, ਹੂੰ ਬੱਲੇ ਬੱਲੇ ਬੱਲੇ, ਰਾਜਾ ਤਾਜ ਲੱਗਿਆ ਸਿਰ ਤੇ, ਮਾਰ ਫੜ ਕੇ ਹੀਰੇ ਲਾਲ ਮਾਰੇ, ਮੋਤੀਆਂ ਦੇ ਵਿੱਚ ਮੜਿਆ ਪਿਆ ਪਲੰਘ ਤੇ ਬੈਠਾ ਹੈ। ਹੂੰ ਕਹਿੰਦਾ ਹੋ, ਕਹਿੰਦਾ ਬਾਪੂ ਜੀ ਨੇ ਕਿੱਡਾ ਝੂਠ ਮਾਰਿਆ। ਹੂੰ ਇਹ ਤਾਂ ਕਮਾਇਆ ਧਾਰੀ ਬੰਦਾ ਯਾਰ, ਇਹ ਆਪਾਂ ਨੂੰ ਕੀ ਦੇ ਦੂਗਾ। ਹੂੰ ਉਹਦੀ ਨਿੰਦਿਆ ਕਰਕੇ ਤੇ ਮੁੜਿਆ। ਅੱਛਾ 5 ਕਲਾਂ ਖਤਮ ਹੋ ਗਈਆਂ, ਹੂੰ ਖਤਮ ਹੋ ਗਏ, 10 ਰਹਿ ਗਈਆਂ। ਹੂੰ ਆ ਕਹਿੰਦਾ ਬਾਪੂ ਜੀ ਉਹ ਤੇ ਕਮਾਇਆ ਧਾਰੀ ਬੰਦਾ ਹੈ, ਉਹ ਸਾਨੂੰ ਕੀ ਦੇ ਦੂਗਾ। ਕਹਿੰਦਾ ਨਹੀਂ ਪੁੱਤਰ, ਗੁਰੂ ਉਹੀ ਹੈ। ਹੂੰ ਉੱਥੇ ਫੇਰ ਜਾ, ਫੇਰ ਗਿਆ, ਜਾ ਕੇ ਜਦੋਂ ਫੇਰ ਝਾਕਿਆ 4 ਸਫੇਰੇ, ਹੂੰ ਉਹਦੇ ਰਾਣੀਆਂ 2। ਹੂੰ ਕਹਿੰਦਾ ਹੋ ਬਾਪੂ ਜੀ ਨੇ ਕਿੱਡਾ ਧੋਖਾ ਕੀਤਾ। ਅਸੀਂ ਜਤੀ ਰਿਸ਼ੀ, ਹੂੰ ਇਹ ਭੋਗੀ, ਹੂੰ ਇਹਦਾ ਸਾਡਾ ਕੀ ਸੰਬੰਧ ਹੈ। ਉਹ ਨਿੰਦਿਆ ਕਰਕੇ ਫੇਰ ਮੁੜਾਇਆ। ਅੱਛਾ 5 ਫੇਰ ਖਤਮ ਹੋ ਗਈਆਂ। ਹੂੰ ਆ ਕਹਿੰਦਾ ਬਾਪੂ ਜੀ ਉਹ ਤਾਂ ਭੋਗੀ ਹੈ। ਹੂੰ ਕਹਿੰਦਾ ਨਹੀਂ ਪੁੱਤਰ, ਹੂੰ ਗੁਰੂ ਉਹੀ ਹੈ। ਹੂੰ ਉੱਥੇ ਫੇਰ ਜਾ, ਅੱਛਾ ਫੇਰ ਗਿਆ, ਹੂੰ ਫੇਰ ਜਾ ਕੇ ਉਹਦੇ ਜਾ ਕੇ ਕਾਰੋਬਾਰ ਬਣੀ ਦੇ ਕੇ ਨਿੰਦਾ ਕਰਕੇ ਫੇਰ ਮੁੜਿਆ। ਅੱਛਾ ਤਿੰਨੇ ਵਾਰੀ ਵਿੱਚ 15 5 ਕਲਾਂ ਖਤਮ ਹੋ ਗਏ, 15 ਕਲਾਂ ਖਤਮ ਕਰਕੇ ਪੋਰ ਵਰਗਾ ਖਾਲੀ ਹੋ ਕੇ ਆ ਗਿਆ। ਅੱਛਾ ਐਨ ਰਹਿ ਗਿਆ ਕਦੇ ਦਾ ਕਦਾ। ਹੂੰ ਜਦੋਂ ਆ ਕੇ ਰਹਿ ਗਿਆ, ਕਹਿੰਦਾ ਬਾਪੂ ਜੀ ਗੱਲ ਤਾਂ ਹੈ। ਕਹਿੰਦਾ ਨਹੀਂ ਪੁੱਤਰ, ਗੁਰੂ ਉਹੀ ਹੈ, ਅੱਛਾ ਉੱਥੇ ਫੇਰ ਜਾਣਾ ਪਊ। ਹੂੰ ਕਹਿੰਦਾ ਚੱਲ ਹੁਣ ਬਾਪੂ ਦਾ ਕਹਿਣਾ ਤਾਂ ਮੋੜਨਾ ਨਹੀਂ, ਜਾਣਾ ਤਾਂ ਪਊਗਾ ਹੀ। ਹੂੰ ਦਰਿਆ ਦੇ ਕਿਨਾਰੇ ਲੱਗ ਲਿਆ ਅੱਛਾ ਵੀ ਚੱਲ ਫਲ ਫੂਲ ਖਾਂਦੇ ਖੁੰਦੇ ਤੁਰੇ ਚੱਲਾਂਗੇ, ਚੱਲ ਹੌਲੀ ਹੌਲੀ ਪਹੁੰਚਾਂ ਜਾਣੇ ਹੀ ਆ, ਉੱਥੇ ਹੀ ਚੱਲਾਂਗੇ ਆਪਾਂ। ਹਾਂ ਜਾਂਦਿਆਂ ਰਾਹ ਦੇ ਵਿੱਚ ਦਰਿਆ ਟੁੱਟਿਆ। ਹੂੰ ਉਹਨੂੰ ਇੱਕ ਬਿਰਧ ਹੂੰ 80-90 ਸਾਲ ਦਾ ਬੁੱਢਾ ਹੂੰ ਉਹਨੂੰ ਬੰਦ ਕਰਦਾ ਹੈ। ਅੱਛਾ ਉਹ ਇੱਕ ਟੱਕ ਸਿੱਟਦਾ, ਲੱਖਾਂ ਟੱਕ ਤਰ ਜਾਂਦਾ। ਹੂੰ ਇੱਕ ਟੱਕ ਸਿੱਟਦਾ, ਲੱਖਾਂ ਟੱਕ ਸਰ ਜਾਂਦਾ। ਹੂੰ ਕਿਉਂ? ਪਰਮਾਤਮਾ ਦਾ ਕੌਤਕ ਰਚਿਆ ਉਹ। ਹੂੰ ਉਹਨੂੰ ਖੜ ਕੇ ਕਹਿੰਦਾ ਬਾਬਾ ਜੀ, ਬੋਲੇ ਨਾ, ਕਹਿੰਦਾ ਬਾਬਾ ਜੀ। ਕਹਿੰਦਾ ਕੌਣ ਹੈ? ਕਹਿੰਦਾ ਜੀ ਤੁਸੀਂ ਐਂ ਕਰੋ, ਪਹਿਲਾਂ ਛਾਪੇ ਵੱਢ ਲਓ, ਫਿਰ ਢੇਮਾਂ ਪੁੱਟ ਲਓ। ਆਪਾਂ ਡਲਾ ਕਹਿੰਦੇ ਢੇਮ ਕਹਿੰਦੇ ਆ। ਹੂੰ ਕਹਿੰਦਾ ਤੁਸੀਂ ਕਿਸੇ ਜੁਗਤ ਨਾਲ ਇਹਨੂੰ ਬੰਨ ਮਾਰ ਲਵਾਂਗੇ, ਉਹਨੇ ਤੁਹਾਡੀ ਉਮਰ ਉਤੀ ਜਾਊ, ਤੁਸੀਂ ਪਾਣੀ ਬੰਦਣੀ ਹੈ ਹੁਣ। ਅੱਛਾ ਕਹਿੰਦਾ ਬਹਿ ਜਾ ਮਾਰਿਆ ਮੂੰਹ ਤੇ ਰਖੜਾ ਹੋ ਜਾਏਗਾ। ਹੂੰ ਮੇਰੇ ਨਾਲੋਂ ਕਲੰਨ ਤੱਕ ਬੇਰ ਵਿਆਹ ਦਾ ਪੁੱਤਰ ਸੁਖਦੇਵ ਆਪਦੇ ਗੁਰੂ ਦੀ ਨਿੰਦਿਆ ਕਰਕੇ 15 ਕਲਾਂ ਖਤਮ ਕਰਕੇ ਕਹਿੰਦਾ ਪੋਰ ਵਰਗਾ ਹੋਇਆ ਫਿਰਦਾ। ਹੂੰ ਉਹ ਆ ਮੂਰਖ, ਮੈਂ ਕਿਉਂ ਮੂਰਖਾਂ ਓਏ। ਅੱਛਾ ਉਹ ਸੀਓ ਨਾਰਦ ਹੂੰ ਬਣ ਗਈ ਪਾਲੀ। ਕਹਿੰਦਾ ਹੋ ਐਡਾ ਪਾਪ ਹੋ ਗਿਆ ਮੈਥੋਂ। ਹੂੰ ਉਹ ਤੋਂ ਹੋ ਮੇਰਾ ਸੱਚਿਆ ਪਾਤਸ਼ਾਹ, ਮੇਰੇ ਨਾਲ ਕੀ ਬਣ ਗਿਆ। ਹੂੰ ਰਾਜੇ ਜਨਕ ਸਿੱਧਾ ਖਿਚੇ ਨੂੰ ਹੋ ਗਿਆ। ਹੂੰ ਇਹ ਬੈਠਾ ਦੇਖ ਕੇ ਤੂੰ ਰਾਜਾ ਕਹਿੰਦਾ ਖੜ ਜਾ ਇੱਥੇ ਓਏ। ਹੂੰ ਉੱਥੇ ਹੀ ਖੜ ਗਿਆ। ਉੱਥੇ ਜੀ 12 ਸਾਲ ਖੜਾ ਰਿਹਾ। ਅੱਛਾ ਬੁੜੀਆਂ ਚੂੜੀਆਂ ਚਮਿਆਰੀਆਂ ਨੇ ਘੋੜਿਆਂ ਦੀ ਲਿੱਦ ਸਿੱਟ ਕੇ ਰੂੜੀ 'ਚ ਦੱਬਤਾ। ਹੂੰ ਰੂੜੀ ਜਦੋਂ ਦੱਬਿਆ, ਕਹਿੰਦੇ ਹੋ 12 ਸਾਲਾਂ ਬਾਅਦ ਆਇਆ ਯਾਦ। ਕਹਿੰਦੇ ਇੱਥੇ ਕਿ ਬੇਟ ਵਿਆਹ ਦਾ ਪੁੱਤਰ ਆ ਜੀ ਭਾਈ। ਅੱਛਾ ਕਹਿੰਦੇ ਜਦੋਂ ਰੂੜੀ ਦੱਬਿਆ, ਕਹਿੰਦੇ ਕੱਢੋ ਉੱਥੋਂ। ਕੱਢ ਕੇ ਭਾਈ ਉੱਥੇ ਨਮਾ ਧਮਾ ਕੇ ਹੂੰ ਲਿਆਏ। ਦੇਖ ਕੇ ਉਹਨੂੰ ਕਹਿੰਦਾ ਐਸੀ ਕੁਦਰਤ ਕੀਤੀ ਕਿ ਉਹ ਗੁਰੂਆਂ ਦੀ ਖੇਲ ਹੁੰਦੀ ਹੈ। ਜਦੋਂ ਇਹ ਕੋਲੇ ਬਹਿ ਗਿਆ, ਉਸਨੇ ਮਿਥਿਲਾਪੁਰ ਨੂੰ ਅੱਗ ਲਾਤੀ, ਹੂੰ ਰਾਜੇ ਨਾਲ ਸ਼ਹਿਰ ਨੂੰ। ਅੱਛਾ ਅੱਗ ਲੱਗੀ ਕਿ ਬਿਆਰ ਸੜ ਗਿਆ। ਆਏ ਤੇਰੇ ਮਿਲੋਗੇ ਸੱਚੇ ਪਾਤਸ਼ਾਹ, ਸ਼ਹਿਰ ਨੂੰ ਅੱਗ ਪੈ ਗਈ, ਉਪਾਅ ਕਰੋ। ਕਹਿੰਦਾ ਹਰੀ ਇੱਛਾ ਭਾਈ। ਮੁੜ ਗਏ। ਹੂੰ ਦੂਸਰੇ ਗਵਾੜ ਵਾਲੇ ਫੇਰ ਆਏ, ਕਹਿੰਦੇ ਅੱਗੇ ਰਾਜਨ ਇੱਕ ਗਵਾੜ ਸੜ ਗਿਆ, ਦੂਜੇ ਬਾਜ਼ਾਰ ਨੂੰ ਅੱਗ ਪੈ ਗਈ, ਕੋਈ ਉਪਾਅ ਕਰੋ। ਹੂੰ ਕਹਿੰਦਾ ਕੋਈ ਨਹੀਂ ਭਾਈ, ਹਰੀ ਇੱਛਾ। ਹੂੰ ਫਿਰ ਮੁੜ ਗਏ। ਹੂੰ
ਤੀਸਰੀ ਵਾਰੀ ਨਜ਼ਦੀਕ ਆ ਗਈ ਉਹ ਅੱਗ ਆਏ, ਕਹਿੰਦੇ ਸੱਚੇ ਪਾਤਸ਼ਾਹ ਸ਼ਹਿਰ ਦਾ ਨਾਸ ਕਰਤਾ ਤੇ ਆਪਣੇ ਮਹਿਲਾਂ ਦੇ ਨੇੜੇ ਆ ਲੱਗੀ ਅੱਗ, ਆਪਾ ਕਰੋ। ਕਹਿੰਦਾ ਹਰੀ ਸ਼ਾਹ ਤੇ ਕਹਿੰਦਾ ਸੁਖਦੇਵ ਉੱਠ ਕੇ ਭੱਜਣ ਲੱਗਿਆ। ਕਹਿੰਦਾ ਸੁਖ ਕਿੱਥੇ ਚੱਲੇ ਆ? ਕਹਿੰਦਾ ਜੀ ਬਾਰ ਦੇ ਵਿੱਚ ਇੱਕ ਮੇਰੀ ਧੋਤੀ ਤੇ ਖੂੰਡੀ ਤੂੰਬੀ ਪਈ ਹੈ, ਮੈਂ ਉਹ ਚੁੱਕ ਲਿਆਵਾਂਗੇ, ਸੜ ਨਾ ਜਾਏ। ਕਹਿੰਦਾ ਆ ਜਾ ਬਹਿ ਜਾ। ਕਹਿੰਦਾ ਉਹ ਤੈਨੂੰ ਗਰਭ ਤਿਆਗੀ ਕਹਿੰਦੇ ਸੀਗੇ, ਅੱਛਾ, ਵੀ ਮਾਂ ਦੇ ਪੇਟ 'ਚ ਸਭ ਚੀਜ਼ਾਂ ਤਿਆਗ ਕੇ ਆਏ ਆ, ਕਾਹਦਾ ਤਿਆਗ ਕਰਕੇ ਆਏ ਆ? ਅੱਛਾ, ਮੇਰਾ ਸਾਰਾ ਸ਼ਹਿਰ ਖਤਮ ਹੋਈ ਜਾਂਦਾ, ਸਾਰੀ ਸੈਨਾ ਖਤਮ ਹੋਈ ਜਾਂਦੀ ਹੈ, ਮੈਂ ਤਾਂ ਉਹਦੀ ਪਰਵਾਹ ਨਹੀਂ ਮੰਨਦਾ ਹਾਂ, ਤੇ ਤੂੰ ਧੋਤੀ ਤੇ ਖੂੰਡੀ ਦਾ ਡਰ, ਤੂੰ ਕਹਿੰਦਾ ਕਾਹਦਾ ਗਰਭ ਤਿਆਗੀਆਂ ਓਏ? ਬਹਿ ਜਾ ਇੱਥੇ, ਚੱਲ ਉੱਥੇ ਬੈਠ। ਅੱਛਾ, ਉਹ ਜੀ ਗੰਦੇ ਪਨਾਲੇ ਥੱਲੇ ਬਿਠਾਤਾ, ਅੱਛਾ, ਜਿੱਥੋਂ ਤਾਂ ਤੋਂ ਮਾਲ ਮੂਤਰ ਡਿੱਗਦਾ ਸੀ ਨਾ ਥੱਲੇ ਪਨਾਲੇ 'ਚ, ਉੱਥੇ ਬਿਠਾਤਾ। 12 ਸਾਲ ਬੈਠਾ ਰਿਹਾ ਜੀ ਉੱਥੇ। ਅੱਛਾ, ਸਿਰ 'ਚ ਪੈ ਗਿਆ। ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਆਇਆ ਯਾਦ, ਕਹਿੰਦੇ ਇੱਥੇ ਕਿ ਵੇਦ ਵਿਆਹ ਦਾ ਪੁੱਤਰ ਫਿਰਦਾ ਸੀ, ਕਹਿੰਦੇ ਇਹ ਤਾਂ ਉਹ ਬੈਠਾ, ਲਿਆ ਉਠਾ ਕੇ। ਅੱਛਾ, ਲਿਆ ਕੇ ਇਸ਼ਨਾਨ ਕਰਾਇਆ, ਨਵਾ ਧਵਾ ਕੇ ਰਾਜੇ ਦੇ ਕੋਲੇ ਬਿਠਾਤਾ। ਬਿਠਾ ਕੇ ਕੋਲੇ ਕਹਿਣ ਲੱਗਿਆ ਐਸਾ ਕੌਤਕ ਰਚਿਆ, ਇੱਕ ਲੱਤ ਰਾਣੀ ਕੁੱਟੀ ਜਾਂਦੀ ਹੈ, ਅੱਛਾ, ਐਂ ਕਰਕੇ ਦੂਜੀ ਲੱਤ ਅੱਗ ਚਲਾਤੀ। ਅੱਛਾ, ਰਾਜੇ ਨੇ ਕੋਲ ਐਂ ਧਰਤੀ ਅੱਗ। ਅੱਛਾ, ਇੱਕ ਲੱਤ ਸੜੀ ਜਾਂਦੀ ਹੈ, ਅੱਛਾ, ਇੱਕ ਲੱਤ ਨੂੰ ਰਾਣੀ ਸੇਵਾ ਕਰੀ ਜਾਂਦੀ ਹੈ। ਬੜਾ ਪਰੇਸ਼ਾਨ ਹੋਇਆ, ਕਹਿੰਦੇ ਇਹ ਕੀ ਕੌਤਕ ਹੋਇਆ? ਕਹਿੰਦਾ ਸੁਖਦੇਵ ਇਹ ਨਾਸ ਰੂਪ ਹੈ। ਅੱਛਾ, ਗੁਰੂ ਮਿਲੇ ਜਾਤ ਨਾ ਪੁੱਛੇ, ਪੁੱਛ ਲਈ ਗਿਆਨ, ਤਲਵਾਰ ਹੋਏ ਪਰਖੇ ਪੜਾ ਰਹਿਣ ਦੇ ਮਾਂ। ਇਹ ਮੇਰਾ ਸਰੀਰ ਹੈ ਜਿਹੜਾ, ਇਹ ਨਾਸ ਰੂਪ ਹੈ, ਇਹ ਨਾਸ ਰੂਪ ਹੈ ਇਹ। ਜਦੋਂ ਸੁਖਦੇਵ ਨੂੰ ਲੱਗਿਆ ਪਤਾ, ਉਹ ਬਣ ਗਈ ਭਾ ਦੀ। ਕਹਿੰਦਾ ਨਾਮ ਬਖਸ਼ੋ, ਕਹਿੰਦਾ ਹਜੇ ਨਾਮ ਤੈਨੂੰ ਕਿੱਥੇ ਮਿਲ ਜੂ, ਸੇਵਾ ਕਰਿਆ ਕਰ। ਉੱਥੋਂ ਸੁਖਦੇਵ ਨੂੰ ਇਤਨੇ ਕੌਤਕ ਕਰਕੇ ਫਿਰ ਨੂੰ ਰਾਜੇ ਜਨਕ ਨੂੰ ਗੁਰੂ ਮੰਨਣਾ ਪਿਆ। ਅੱਛਾ, ਸੁਖਦੇਵ ਨੂੰ। ਉਹ ਤਾਂ ਉਹਦਾ ਗੁਰੂ ਹੈ। ਜਿਹੜਾ ਉਹਦਾ ਭਰਾ ਹੈਗਾ ਅਸ਼ਟਾਵਕਰ, ਉਹ ਜਨਕ ਦਾ ਗੁਰੂ ਹੈ। ਅੱਛਾ, ਜਿਹੜਾ ਵੇਦ ਵਿਆਸ ਸੀ ਨਾ, ਵੇਦ ਵਿਆਸ ਬਾਣੀ ਦਾ ਇਤਨਾ ਜ਼ਿਆਦਾ ਮਾਹਰ ਸੀਗਾ, ਉਹਨੂੰ ਹੰਕਾਰ ਆਇਆ ਵੀ ਜਿਹੜੀ ਬਾਣੀ ਮੈਂ ਪੜ੍ਹਦਾ ਨਾ, ਵੀ ਉਹ ਬਾਣੀ ਕੋਈ ਟੋਕ ਨਹੀਂ ਸਕਦਾ ਮੈਨੂੰ ਕੋਈ ਫੜ ਨਹੀਂ ਸਕਦਾ ਉਹ ਬਾਣੀ ਨੂੰ। ਹੰਕਾਰ ਆਇਆ। ਉਸ ਮੌਕੇ 6 ਮਹੀਨਿਆਂ ਦਾ ਅਸ਼ਟਵਕਰ ਮਾਂ ਦੇ ਉਰਦੂ ਸੀਗਾ। ਅੱਛਾ, ਮਾਂ ਦੇ ਪੇਟ ਸੀ ਉਸ ਮੌਕੇ। ਜਦੋਂ ਉਹਦੇ ਮਨ ਦੇ ਵਿੱਚ ਹੰਕਾਰ ਆਇਆ, ਉਹ ਪੇਟ 'ਚੋਂ ਬੋਲਿਆ। ਅੱਛਾ, ਕਹਿੰਦਾ ਬਾਪੂ ਜੀ ਆ ਕਥਾ ਗਲਤ ਪੜ੍ਹੀ ਜਾਂਦੇ, ਬਾਣੀ ਸਫਲ ਕਰਕੇ ਜਾਓ, ਇੱਕ ਪੰਕਤੀ ਗਲਤ ਹੋ ਗਈ। ਵੇਦ ਹੋ ਕਹਿੰਦਾ ਐਡਾ ਮਹਾ ਪਾਪ ਇਹਨੇ, ਜਦੋਂ ਮੈਂ ਉਰਦੂ 'ਚੋਂ ਫੜ ਲਿਆ ਬਾਹਰ ਆ, ਕਹਿੰਦਾ ਖਮਨੀ ਕੀ ਕਰੂਗਾ? ਉਹਨੇ ਸ਼ਰਾਪ ਦਿਆ, ਕਹਿੰਦਾ ਜਾ ਪੁੱਤਰ, ਤੇਰੀ ਦੇਹ ਦੇ ਵਿੱਚ 8 ਵਾਲ ਹੋਣਗੇ ਤੇ ਮੈਂ ਵਰਗਾ ਪਿੰਡਾ ਕਾਲਾ ਹੋਊਗਾ। ਅੱਛਾ, ਆਪਦੇ ਪੁੱਤ ਨੂੰ ਸ਼ਰਾਪ ਦੇਤਾ। ਜਦੋਂ ਅਸ਼ਟਵਕਰ ਨੇ ਲਿਆ ਜਰਮਾ, ਸਿਰ ਦੇ ਵਿੱਚ 8 ਵਾਲ, ਵਿੰਗ ਤਿਰੰਗਾ ਤੇ ਮੈਂ ਵਰਗਾ ਪਿੰਡਾ। ਉਸਨੇ ਜਨਮ ਲੈ ਲਿਆ, ਆਪ ਰਾਜੇ ਜਨਕ ਦੀ ਕਚਹਿਰੀ ਜਾ ਕੇ ਕੈਦ ਹੋ ਗਿਆ। ਅੱਛਾ, ਰਾਜੇ ਜਨਕ ਦਾ ਆਰਡਰ ਇਹ ਸੀਗਾ ਵੀ ਘੋੜੇ ਦੀ ਰਕਾਬ 'ਚ ਮੇਰਾ ਪੈਰ ਹੋਵੇ, ਦੂਜਾ ਪੈਰ ਉੱਤੋਂ ਦੂਜੇ ਪਾਸੇ ਨਾ ਜਾਵੇ, ਉਦੋਂ ਪਹਿਲਾਂ ਮੈਨੂੰ ਆਤਮਾ ਦਾ ਗਿਆਨ ਹੋਵੇ, ਮੈਂ ਉਹਨੂੰ ਗੁਰੂ ਮੰਨੂਗਾ। ਅੱਛਾ, ਮੈਂ ਉਸ ਨੂੰ ਗੁਰੂ ਮੰਨੂ, ਮੈਂ ਨਹੀਂ ਗੁਰੂ ਕਿਸ ਨੂੰ ਮੰਨਣਾ। ਲੱਖਾਂ ਮੁੱਲਾਂ ਕਾਜੀ ਪੰਡਤ ਪਾਦੇ ਵੇਦ ਵਿਆਸ ਸਾਰਾ ਢੇਰ ਲਈ ਬੈਠਾ। ਜਦੋਂ ਢੇਰ ਲਈ ਬੈਠਾ, ਇਹ 5 ਸਾਲ ਦਾ ਹੋ ਚੁੱਕਿਆ। ਅੱਛਾ, ਅਸ਼ਟਵਕਰ ਨੇ ਕਹਿੰਦਾ ਆਦੀ ਮਾਂ ਨੂੰ ਹੱਥ ਜੋੜੇ, ਗਲ 'ਚ ਪੱਲਾ ਪਾਇਆ, ਕਹਿੰਦਾ ਹੇ ਮਾਤਾ, ਜੇ ਮੇਰੇ ਬਾਪੂ ਜੀ ਦੇ ਦਰਸ਼ਨ ਨਹੀਂ ਕੀਤੇ ਹੋਏ, ਮਾਤਾ ਜੀ ਦੁਨੀਆ ਤੋਂ ਲੋਕ ਸੁਧਾਰ ਚਲਾ ਗਿਆ ਕਿ ਦੁਨੀਆ 'ਚ ਹੈਗਾ ਉਹ? ਉਹ ਕਹਿੰਦੇ ਨਹੀਂ ਪੁੱਤਰ ਹੈਗਾ। ਕਹਿੰਦਾ ਮਾਂ ਮੈਨੂੰ ਤਾਂ ਕਿਹਨੇ ਟੱਕਰਿਆ ਨਹੀਂ, ਮੈਂ ਬਾਪੂ ਕਿਉਂ ਹੂੰ? ਕਹਿੰਦੇ ਨਹੀਂ ਪੁੱਤਰ, ਰਾਜੇ ਜਨਕ ਨੂੰ ਆਤਮਾ ਦਾ ਗਿਆਨ ਹੋਣਾ, ਉੱਥੇ ਗਿਆਨ ਕਰਨ ਗਏ ਹੋਏ ਨੇ। ਹੱਸ ਪਿਆ, ਕਹਿੰਦਾ ਮਾਂ ਗਿਆਨ ਤਾਂ ਉੱਤੇ ਅਸੀਂ ਕਰਨਾ,
ਅੱਛਾ। ਉਹ ਉੱਥੇ ਕਾਹਨੂੰ ਜਾ ਫਸਿਆ। ਹੂੰ ਜੇ ਮਾਤਾ ਜੀ ਸਾਨੂੰ ਆਗਿਆ ਦੇਵੇਂ ਤਾਂ ਅਸੀਂ ਜਾਈਏ। ਹੂੰ ਬੁੜੀ ਕਹਿ ਖਾਮੋਸ਼ ਹੋ ਗਈ, ਕਹਿੰਦੀ ਹੋ ਪੁੱਤਰ 5 ਸਾਲ ਦੀ ਉਮਰ ਹੈ ਹੂੰ ਤੇ ਤੂੰ ਮਿਥਿਲਾਪੁਰ ਚ ਕਿੱਕੂ ਪਹੁੰਚੇਗਾ। ਹੂੰ ਡੱਕ ਡੱਕ ਤੇਰਾ ਸਰੀਰ ਵੱਜਦਾ ਹੈ, ਹੂੰ ਪਸ਼ੂ ਦੇ ਕੋਈ ਫੇਟ ਮਾਰੂਗਾ, ਹੂੰ ਤੇਰੇ ਸੱਟ ਲੱਗੂਗੀ ਪੁੱਤ, ਤੂੰ ਕਿੱਧਰ ਜਾਏਗਾ। ਕਹਿੰਦਾ ਨਹੀਂ ਮਾਂ, ਮੈਂ ਲਾਂਬੇ ਲਾਂਬੇ ਹੋ ਕੇ ਮੈਂ ਹੌਲੀ ਹੌਲੀ ਚਲੇ ਜਾਊਂਗਾ। ਅੱਛਾ। ਮੈਂ ਤਾਂ ਅੱਗੇ ਤਾਂ ਬੁੜੀ ਦੇ ਆਗਿਆ ਤੋਂ ਬਿਨਾਂ ਬੱਚਾ ਤੁਰਨਾ ਚਾਹੇ ਰੋਈ ਜਾਂਦਾ ਪਿੱਟੀ ਜਾਂਦਾ। ਹੁਣ ਤਾਂ ਬੁੜੀ ਨੂੰ ਕੋਈ ਦੇ ਮੰਨਣਾ ਮੰਨ ਨਹੀਂ ਚੱਲਿਆ। ਹਾਂ। ਉਹਨੇ ਮਿੰਨਤਾਂ ਕਰਕੇ ਬੁੜੀ ਮਨਾ ਲਈ। ਹੂੰ ਕਹਿੰਦੀ ਚੰਗਾ ਪੁੱਤ ਜਾ, ਹੂੰ ਪਰ ਐਂ ਕਰੀ ਹੂੰ ਐਂ ਪਸ਼ੂਆਂ ਦੀ ਫੇਟ ਤੋਂ ਲਾਂਬੇ ਲਾਂਬੇ ਦੂਰ ਦੂਰ ਹੋ ਕੇ ਜਾਈ ਹੌਲੀ ਹੌਲੀ। ਅੱਛਾ। ਕਹਿੰਦਾ ਮਾਂ ਜੀ 7 ਵਚਨ। ਹੂੰ ਹੌਲੀ ਹੌਲੀ ਚੱਲ ਪਿਆ ਮਿਥਿਲਾਪੁਰ ਨੂੰ। ਹੂੰ ਹੌਲੀ 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 ਡੱਕ ਡੱਕ ਕੋਲੇ ਖੁੰਡੀ ਹੈ, ਜਾ ਕੇ ਦਰਬਾਰ ਸਾਹਮਣੇ ਖੜ ਗਿਆ। ਅੱਛਾ। ਜਿਹੜੇ ਤੇਰੇ ਮੇਰੇ ਦਰਬਾਰ ਵਾਲੇ ਸੀਗੇ ਮੇਰੇ ਡਿਊਟੀ ਵਾਲੇ ਖੜੇ, ਹਾਂ। ਉਹ ਕਹਿੰਦੇ ਤੂੰ ਗਿਆ ਓਏ। ਹੂੰ ਕਹਿੰਦਾ ਜੀ ਰਾਜਨ ਕੋ ਗਿਆਨ ਕਰਨਾ ਹੈ। ਕਹਿੰਦਾ ਦੂਰ ਫਿੱਟੇ ਮੂੰਹ। ਹੂੰ ਉੱਥੇ ਪੰਡਤ ਬੰਦਤ ਮੁੱਲਾ ਕਾਜੀ ਵੱਡੇ ਵਿਦਵਾਨ ਬੈਠੇ ਨੇਗੇ, ਵੇਦ ਵਿਆਸ ਵਰਗੇ, ਤੂੰ ਉੱਥੇ ਗਿਆਨ ਕੀ ਕਰੇਂਗਾ ਓਏ, ਹੂੰ ਛਿੱਤਰ ਖਾਏਗਾ ਮੁਰਜਾ ਕਰ ਨੂੰ। ਹੂੰ ਕਹਿੰਦਾ ਨਹੀਂ ਜੀ ਮੈਨੂੰ ਨਗਾ ਦਿਓ। ਕਿਉਂ ਮੰਨਦੇ ਨੇ। ਹਾਂ। ਕਹਿੰਦਾ ਜੀ ਅੱਗੋਂ ਪਤਾ ਲੈ ਲਓ। ਹੂੰ ਜਦੋਂ ਰਾਜਾ ਜਨਕ ਨੂੰ ਜਾ ਕੇ ਕਿਹਾ ਹੂੰ ਵੀ ਹੇ ਰਾਜਨ ਹੂੰ ਐਸੀ ਸ਼ਕਲ ਦਾ ਬੰਦਾ ਹੈ, ਇਹ ਆਤਮਾ ਦਾ ਗਿਆਨ ਕਰਨ ਨੂੰ ਕਹਿੰਦਾ ਹੈ। ਅੱਛਾ। ਉਹ ਕਹਿੰਦਾ ਜੇ ਰਾਜੇ ਜਨਕ ਨੂੰ ਗਿਆਨ ਕਰਨ ਨੂੰ ਕੁੱਤਾ ਆਵੇ ਤੇ ਕੁੱਤੇ ਨੂੰ ਨੰਗੇ ਆਉਣ ਦਿਓ। ਅੱਛਾ। ਗਿਆਨ ਕਰਨ ਵਾਲੇ ਬੰਦੇ ਨੂੰ ਮੋੜ ਆਉਣਾ ਜੇ ਕਿਹਾ ਜਾਈ ਹੈ। ਠੀਕ ਹੈ। ਕਿ 7 ਵਜੇ ਜਾ ਕੇ ਜੀ ਉਹਨੂੰ ਕਹਿੰਦੇ ਜਾਓ ਜੀ। ਹੂੰ ਹਰ ਇਸ਼ਾਰਾ ਕਰਤਾ। ਹੂੰ ਉਹ ਡੱਕ ਡੱਕ ਕਰਦਾ 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 ਸਿੱਧਾ ਸਟੇਜ 'ਤੇ ਜਾ ਚੜਿਆ। ਅੱਛਾ। ਜਦੋਂ ਸਟੇਜ 'ਤੇ ਚੜਿਆ ਤੇਰੇ ਮੇਰੇ ਵਾਲੇ ਖਿੱਦ ਖਿੱਦ ਕਰਕੇ ਹੱਸ ਪਏ। ਅੱਛਾ। ਜਿੰਨੇ ਪੰਡਤ ਪਾਦੇ ਬਿਲਾਂ ਕਾਜੀ ਸਾਰੇ ਹੱਸ ਪਏ। ਹੂੰ ਸਟੇਜ 'ਤੇ ਖੜ੍ਹ ਕਹਿੰਦਾ ਰਾਜਨ। ਹੂੰ ਕਹਿੰਦੇ ਹਾਂ ਬਾਬਾ ਜੀ। ਕਹਿੰਦੇ ਚਮੈਰਾਂ ਦੀ ਸਭਾ ਲਈ ਬੈਠੇ ਓਏ, ਅੱਛਾ। ਇਹ ਚਮੈਰ ਕੋ ਇਕੱਠੇ ਕਰਿਆ ਤੈਂ। ਹਾਂ। ਹੈਂ। ਕਹਿੰਦੇ ਚਮੈਰ ਨੇ। ਉਹ ਸਾਰੀ ਰੁੱਸ ਗਏ ਹਾਂ। ਵੀ ਅਸੀਂ ਬਦਮਾਨ ਪੰਡਤ, ਹੂੰ ਕੋਈ ਕਾਜੀ ਹੈ, ਕੋਈ ਮੁੱਲਾ ਹੈ, ਕੋਈ ਪੰਡਤ ਹੈ, ਵੇਦ ਵਿਆਹ ਕਹਿੰਦੇ ਸਾਨੂੰ ਚਮੈਰ ਦੱਸਦਾ ਹੈ। ਰੁੱਸ ਗਏ। ਹਾਂ। ਨਾ ਨਾ ਛਕਣ ਨਾ ਪਾਣੀ ਪੀਣ, ਵੀ ਸਾਨੂੰ ਇਹੋ ਜਿਹੇ ਤੋਂ ਚਮੈਰ ਕਹਤਾ। ਹਾਂ। ਉਹ ਕਹਿੰਦਾ ਰਾਜਾ ਕਹਿੰਦਾ ਹੱਥ ਜੋੜ ਕਹਿੰਦਾ ਬਾਬਾ ਜੀ ਹਾਂ। ਇਹ ਸਾਰੀ ਸੰਗਤ ਰੁੱਸ ਗਈ, ਅੱਛਾ। ਇਹ ਅੰਨ ਜਲ ਨਹੀਂ ਛਕ ਰਹੀ, ਸਰਾਫ ਦੇਊਗੀ। ਹਾਂ। ਇਹ ਕਹਿੰਦੇ ਸਾਨੂੰ ਚਮੈਰ ਕਿਉਂ ਦੱਸਿਆ ਗਿਆ। ਹੂੰ ਕਈ ਕਹਿੰਦੇ ਨਹੀਂ ਰਾਜਨ ਇਹ ਚਮਾਰ ਹੀ ਨੇ, ਹੂੰ ਚਮਾਰ ਹੀ ਨੇ। ਹੂੰ ਕਹਿੰਦਾ ਚਮੈਰ ਨੂੰ ਚੰਮ ਦੀ ਪਰਖ ਹੁੰਦੀ ਹੈ। ਅੱਛਾ। ਇਹਨਾਂ ਨੇ ਮੇਰਾ ਚੰਮ ਦੇ ਕੇ ਹੱਸੇ ਨੇ, ਇਹਨੂੰ ਮੇਰੇ ਗੁਣ ਦਾ ਕੋਈ ਪਤਾ ਨਹੀਂ। ਅੱਛਾ। ਹੂੰ ਮੇਰਾ ਚੰਮ ਦੇ ਕੇ ਹੱਸੇ ਨੇ, ਇਹ ਸਾਰੇ ਚਮੈਰ ਨੇ ਛੱਡ ਦੇ ਇਹਨਾਂ ਨੂੰ। ਹਾਂ। ਸਾਰੀ ਭਜਾਤੇ। ਅੱਛਾ। ਸਾਰੇ ਭਜਾਏ ਕਹਿਣ ਲੱਗੇ ਲਓ ਜੀ। ਹੁਣ ਜਦ ਡੱਕਰ ਤੇ ਕਹਿੰਦਾ ਜੀ ਸਾਨੂੰ ਬਾਬਾ ਜੀ ਆਤਮਾ ਦਾ ਗਿਆਨ ਹੋਣਾ ਚਾਹੀਦਾ ਹੈ। ਹੂੰ ਕਹਿੰਦਾ ਭਾਈ ਗਿਆਨ ਤਾਂ ਮਿਲ ਜੂਗਾ, ਗਿਆਨ ਜ਼ਰੂਰ ਮਿਲ ਜੂ, ਹੂੰ ਪਰ ਇਹ ਭੇਟਾ ਹੈ। ਅੱਛਾ। ਕਹਿੰਦੀ ਜੀ ਭੇਟਾ ਕੀ ਹੈ। ਕਹਿੰਦਾ ਜੀ ਮਨ ਤਨ ਧਨ, ਹੂੰ 3 ਚੀਜ਼ਾਂ ਸਾਨੂੰ ਦੇ, ਤੈਨੂੰ ਗਿਆਨ ਦੇ ਦਿਆਂਗੇ। ਅੱਛਾ। ਉਹ ਨਹੀਂ ਕਿ ਸੋਚੀ ਪੈ ਗਿਆ, ਸੋਚ 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 ਕਹਿੰਦਾ ਜੀ ਮੈਂ ਘਰੋਂ ਰਾਣੀ ਤੋਂ ਪੁੱਛਿਆ ਵਾ। ਹੂੰ ਰਾਣੀਆਂ ਕੋਲ ਗਿਆ, ਕਹਿੰਦਾ ਰਾਣੀ ਜੀ ਗੁਰੂ ਬਹੁਤ ਜ਼ਿਆਦਾ ਸਸਤਾ ਮਿਲਦਾ ਹੈ। ਹਾਂ। ਇਹ ਐਂ ਕਰਕੇ ਐਂ ਕਹਿੰਦੇ ਹੂੰ ਵੀ ਜੇ ਗੁਰੂ ਮੰਨ ਲਈਏ। ਅੱਛਾ। ਉਹ ਕਹਿੰਦੇ ਰਾਜਨ ਤੁਸੀਂ ਇੱਕ ਕਚਹਿਰੀਆਂ ਦੇ ਮਾਲਕ ਹੋ, ਹੂੰ ਅਕਲਾਂ ਦੇ ਦਾਨੇ ਹੋ, ਹੂੰ ਸਾਨੂੰ ਬੁੜੀਆਂ ਨੂੰ ਗੱਲ ਦਾ ਕੀ ਪਤਾ ਹੁੰਦਾ ਹੈ। ਹੂੰ ਤੁਸੀਂ ਆਪ ਮਾਲਕ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ। ਕਹਿੰਦੀਆਂ ਪਰ ਇੱਕ ਸਾਡੇ ਅਕਲ 'ਚ ਆਉਂਦੀ ਹੈ ਗੱਲ ਹੂੰ ਵੀ ਜੇ ਤਾਂ ਤੈਨੂੰ ਧਨ ਦੇਤਾ ਫਿਰ ਤਾਂ ਆਪਾਂ ਕੰਗਾਲ ਹੋ ਜਾਾਂਗੇ, ਆਪਣੇ ਘਰ 'ਚੋਂ ਨਹੀਂ ਛੱਡਣਾ ਨਹੀਂ ਕੁਛ, ਹਾਂ। ਆਪਾਂ ਰੋਟੀ ਨਹੀਂ ਮਿਲਣਾ ਵਾ, ਭੁੱਖੇ ਮਰ ਜਾਵਾਂਗੇ। ਹੂੰ ਜੇ ਤਾਂ ਤਨ ਦੇਤਾ ਤਾਂ ਤੈਨੂੰ ਪੈਰਾਂ ਮੰਨਿਓ ਵੱਢੂ ਉਹ, ਹੂੰ ਤੈਨੂੰ ਵੱਢਣ ਲੱਗ ਜੂ ਉਹ। ਹੂੰ ਕਹਿੰਦੇ ਫਿਰ ਹੋਰ, ਕਹਿੰਦਾ ਤੇਰਾ ਮਨ ਆ ਜਿਹੜਾ ਇਹ ਵਿਹਲਾ ਹੈ, ਅੱਛਾ। ਇਹ ਮਨ ਦੇ ਦਿਓ। ਅੱਛਾ। ਆ ਕੇ ਹੱਥ ਜੋੜੇ,
ਗਲ 'ਚ ਪੱਲਾ ਪਾਇਆ, ਹੂੰ ਕਹਿੰਦਾ ਸੱਚੇ ਪਾਤਸ਼ਾਹ ਬਾਬਾ ਜੀ ਹੂੰ ਮੇਰਾ ਮਨ ਤੁਹਾਨੂੰ ਅਰਪਣ ਕੀਤਾ। ਅੱਛਾ ਕਹਿੰਦਾ ਲਿਖਦੇ ਤੇ ਹੂੰ ਲਿਖ ਲਿਆ, ਅੱਛਾ ਇਹ ਅਰਪਣ ਕੀਤਾ ਹੈ। ਹੂੰ ਲਿਖ ਕੇ ਕਹਿੰਦਾ ਰਾਜਨ ਹੂੰ ਮੇਰਾ ਮਨ ਨਹੀਂ ਮੰਨਦਾ ਹੈ, ਸਿਰ ਤੋਂ ਤਾਜ ਲਾ ਦੇ। ਮਨ ਤਾਂ ਮੇਰੇ ਕੋਲ ਹੈ ਨਾ, ਅੱਛਾ ਮੇਰੇ ਮਨ ਨੇ ਜਵਾਬ ਦੇਤਾ, ਹਾਂ ਇਹ ਤਾਜ ਲਾ ਦੇ। ਹੂੰ ਰਾਜਨ ਤਾਜ ਲਾਤਾ, ਹੂੰ ਖੜ ਗਿਆ। ਕਹਿੰਦਾ ਰਾਜਨ ਹੂੰ ਮੇਰਾ ਮਨ ਨਹੀਂ ਮੰਨਦਾ ਹੈਗਾ, ਹੂੰ ਆਹ ਰਾਜਾ ਵਾਲੀ ਪੁਸ਼ਾਕ ਤਾਰ ਦੇ, ਅੱਛਾ ਪੁਸ਼ਾਕ ਲਾ ਦੇ। ਹੂੰ ਉਹਨੇ ਪੁਸ਼ਾਕ ਤਾਰਤੀ। ਹੂੰ ਫੇਰ ਖਕਾ ਕੇ ਗੇੜਾ ਜਾ, ਕਹਿੰਦਾ ਰਾਜਨ ਹੂੰ ਮੇਰਾ ਮਨ ਨਹੀਂ ਮੰਨਦਾ, ਕੱਛਾ ਲਾ ਕੇ ਲੰਗੋਟਾ ਪਹਿਨ ਲੈ। ਅੱਛਾ ਉਹਨੇ ਕੱਛਾ ਲਾ ਕੇ ਲੰਗੋਟਾ ਪਹਿਨ ਲਿਆ। ਹੂੰ ਕਹਿੰਦਾ ਲਿਆ ਘੋੜਾ। ਹੂੰ ਘੋੜਾ ਮਿਥਲਾਪੁਰ ਜਾਣ ਨਰਾਲੇ ਕਢਾਤਾ। ਅੱਛਾ ਖੜਾ ਕੇ ਸਾਰੇ ਮਿਥਲਾਪੁਰ ਹੁੰਮ ਕੇ ਦੇਖਣ ਆ ਗਈ, ਬੱਲੇ 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 ਰਾਜਾ ਨੂੰ ਕੋ ਗਿਆਨ ਹੁੰਦਾ ਹੈ। ਹੂੰ ਘੋੜਾ ਖੜਾ ਕੇ ਖੜ ਗਿਆ ਚੁੱਪ ਕਰਕੇ, ਅੱਛਾ ਉਹ ਨਹੀਂ ਬੋਲਿਆ। ਹੂੰ ਜਦੋਂ ਘੋੜੇ ਲੱਗਿਆ ਰਕਾਬ 'ਚ ਪੈਰ ਪਾਉਣ, ਮੂੰਹ ਤੇ ਮਾਰਿਆ ਥੱਪੜ। ਕਹਿੰਦਾ ਕਿ ਜਾਣਾ ਓਏ, ਅੱਛਾ ਮਨ ਤਾਂ ਤੇਰਾ ਮੇਰੇ ਕੋਲੇ ਹੈ, ਅੱਛਾ ਮੈਂ ਤੈਨੂੰ ਕਦੋਂ ਕਿਹਾ ਵੀ ਘੋੜੇ ਚੜ੍ਹ, ਹਾਂ ਤੂੰ ਕਿੱਧਰ ਜਾਣਾ? ਹਾਂ ਰਾਜਾ ਉੱਠ ਕੇ ਪੈਰੀ ਪੈ ਗਿਆ। ਹੂੰ ਕਹਿੰਦਾ ਜੀ ਗਿਆਨ, ਕਹਿੰਦਾ ਇਹ ਗਿਆਨ ਨਹੀਂ ਹੋਇਆ ਤੈਨੂੰ, ਹੂੰ ਹਜੇ ਗਿਆਨ ਨਹੀਂ ਹੋਇਆ। ਹੂੰ ਕਹਿੰਦਾ ਮਨ ਤਾਂ ਤੇਰਾ ਮੇਰੇ ਕੋਲੇ ਹੈ, ਹੂੰ ਤੂੰ ਕਿੱਧਰ ਜਾਣਾ ਹੈ? ਜਦੋਂ ਤੈਂ ਮਨ ਮੈਨੂੰ ਦੇਤਾ, ਮੇਰੇ ਕਹੇ ਨੂੰ ਕਿਵੇਂ ਤੁਰੇਂਗਾ ਤੂੰ? ਹੂੰ ਤੁਰ ਨਹੀਂ ਸਕਦਾ ਹੈ, ਹੂੰ ਕੁਛ ਖਾ ਨਹੀਂ ਸਕਦਾ, ਪੀ ਨਹੀਂ ਸਕਦਾ, ਜੇ ਮੈਂ ਕਹੂੰ ਤਾਂ ਪੀਵੇਂਗਾ। ਹਾਂ ਉਹਨਾਂ ਨੇ ਭਾਈ ਜਦੋਂ ਸਾਰਾ ਕੁਛ ਰਾਜਾ ਜਨਕ ਉਲਟ ਕੇ ਸਭ ਕੁਛ ਸਿੱਟ ਕੇ ਤੇਰੀ ਕਰਕੇ ਪੈਰਾਂ 'ਚ ਪੈ ਗਿਆ। ਅੱਛਾ ਕਹਿੰਦਾ ਮਹਾਰਾਜ ਬਖਸ਼ੋ। ਹੂੰ ਉੱਥੇ ਫਿਰ ਰਾਜਾ ਜਨਕ ਨੂੰ ਵਿਵੇਕ ਸ਼ਬਦ ਦਿੱਤਾ ਹੈ। ਅੱਛਾ ਧੰਨ ਧੰਨ ਰਾਜਾ ਜਨਕ ਹੈ ਜੋ ਬਾਣੀ ਪੜ੍ਹੇ ਵਿਵੇਕ, ਹੂੰ ਏਕ ਘੜੀ ਕੇ ਸਿਵਰਨੇ ਜਿਹਨੂੰ ਪਾਪੀ ਤਰ ਕੇ ਦੇਖ। ਹੂੰ ਉਸ ਸ਼ਬਦ ਦੇ ਨਾਲ ਉਸਨੇ ਫਿਰ 18 ਕੁੰਡ ਨਰਕ ਦੇ ਖਾਲੀ ਕੀਤੇ ਰਾਜਾ ਜਨਕ ਨੇ। ਅੱਛਾ ਜਿਹੜੇ 18 ਕੁੰਡ ਨੇ, ਹੂੰ ਇੱਕ ਕੁੰਡ ਦੇ ਵਿੱਚ 96 ਕਰੋੜ ਜੀਵ ਕਰਲਾ ਰਿਹਾ ਹੈ। ਅੱਛਾ ਇੱਕ ਕੁੰਡ 96 ਕਰੋੜ ਜੀਵ ਹੈ, ਅੱਛਾ ਉਹਦੇ ਵਿੱਚ ਕਲਾਉਂਦਾ। ਹੂੰ ਉਸ ਨੇ ਜਾ ਕੇ ਜਦੋਂ ਲੱਗਿਆ ਸਿੱਧਾ ਜਾਣ ਲੱਗਿਆ ਨਰਕਾਂ ਦੇ ਕੁੰਡਾਂ ਦੇ ਕੋਲ ਦੀ ਲੰਘਣ, ਹੂੰ ਸਾਰਿਆਂ ਨੂੰ ਆਈ ਸ਼ਾਂਤੀ, ਕਹਿੰਦੇ ਰਾਮ, ਉੱਥੇ ਖੜ ਗਿਆ। ਹੂੰ ਹੁਣ ਜਿਹੜਾ ਉਹਦਾ ਡਿਊਟੀ ਵਾਲਾ ਸੀਗਾ ਨਰਕਾਂ ਦਾ, ਉਹ ਕਹਿੰਦਾ ਲੰਘ ਜਾ ਲੰਘ ਜਾ ਲੰਘ ਜਾ। ਕਹਿੰਦਾ ਕਿਉਂ? ਹੂੰ ਉੱਥੇ ਖੜ ਗਿਆ। ਅੱਛਾ ਕਹਿੰਦਾ ਜਦੋਂ ਮੇਰੇ ਕੱਲਿਆਂ ਸਾਈ ਇੰਨੀ ਦੂਰ ਨੂੰ ਸ਼ਾਂਤੀ ਆ ਰਹੀ ਹੈ, ਹਾਂ ਤਾਂ ਕਹਿੰਦਾ ਮੈਂ ਕਿੱਥੇ ਜਾਣਾ? ਹੂੰ ਖੜ ਗਿਆ। ਹੂੰ ਕਹਿੰਦਾ ਚੰਗਾ ਜੇ ਬਾਹਲਾ ਤੂੰ ਕਹਿੰਦਾ ਫਿਰ ਮੁੱਲ ਲੈ ਲਾ। ਅੱਛਾ ਕਹਿੰਦਾ ਦੇ ਦੇ। ਹੂੰ ਉਸ ਨੇ ਰਾਜੇ ਜਨਕ ਨੇ ਉਹੀ ਨਾਮ ਇੱਕ ਪਰਚੀ ਉੱਤੇ ਲਿਖ ਕੇ ਪਾਲੜੀ ਧਰਤਾ। ਅੱਛਾ ਇੱਕ ਪਾਸੇ 18 ਕੁੰਡ ਚੜ ਗਏ, ਉਹ ਪਾਲੜਾ ਨਾ ਉੱਠੇ, ਅੱਛਾ ਸਾਰੇ ਖਾਲੀ ਕਰਤੇ। ਹੂੰ ਸਾਰੇ ਖਾਲੀ ਕਰਤੇ ਨੇ, ਹੂੰ ਖਾਲੀ ਕਰਤੇ 65 ਤਾਂ ਹਾਂ ਬਾਹਰ ਨੂੰ ਵੀ। ਉਹ ਕਹਿੰਦਾ ਜਾਂ ਮੈਂ ਤਾਂ ਜੰਮਾ ਪੱਟਤਾ, ਹੁਣ ਮੈਂ ਕਿਧਰ ਨੂੰ ਜੰਮ, ਮੈਂ ਰਾਜ ਕਾਹਤੇ ਕਰੂੰਗਾ? ਹੂੰ ਕਹਿੰਦਾ ਜੀ ਹੁਣ ਮੇਰਾ ਕੋਈ ਇਲਾਜ ਆ? ਹੂੰ ਕਹਿੰਦਾ ਨਹੀਂ, ਕਹਿੰਦਾ ਕਲਯੁਗ ਰਾਜ ਆਊਗਾ। ਅੱਛਾ ਤ੍ਰੇਤੇ ਯੁੱਗ ਦੀ ਗੱਲ ਚੱਲਦੀ ਆਪਣੇ ਕੋਲੇ। ਅੱਛਾ ਜੀ ਕਹਿੰਦਾ ਦੁਆਪਰ ਸਾਰਾ ਲੰਘੂ, ਹਾਂ ਕਲਯੁਗ ਆਊਗਾ, ਹੂੰ ਉਹਦੇ ਵਿੱਚ ਜਿੰਨੇ ਪਰਮਾਤਮਾ ਉਹੀ ਡਿੱਗਣਗੇ ਨਰਕਾਂ 'ਚ। ਅੱਛਾ ਜਿਹੜੇ ਵੱਡੇ ਪਰਮਾਤਮਾ ਕਹਾਉਣਗੇ, ਹੂੰ ਬਗਲੇ ਕਹਾਉਣਗੇ, ਹੂੰ ਗਿਆਨ ਵੰਡਣਗੇ, ਦੁਨੀਆ ਨੂੰ ਲੁੱਟਣਗੇ। ਜਿਹੜੇ ਆਪ ਦੇ ਆਪ ਨੂੰ ਗੁਰੂ ਕਹਾਉਣਗੇ, ਗੁਰੂਆਂ ਦੇ ਕੁੰਡੀ ਭਰ ਲਈ ਸਾਰੇ। ਹੁਣ ਉਹੀ ਗੱਲ ਚੱਲਦੀ ਹੈ, ਜਿੱਥੇ ਮਰਜ਼ੀ ਜਾ ਕੇ ਦੇਖ ਲਾ, ਗੁਰਦੁਆਰੇ ਦੇਖ ਲਾ, ਕਿਤੇ ਦੇਖ ਲਾ, ਸਾਰੇ ਮੰਦਰਾਂ ਮਸੀਤਾਂ ਦੇ ਵਿੱਚ ਜਾ ਕੇ ਸਭ ਲਟੇਰੇ ਬੈਠੇ ਹੈ। ਇਹਨਾਂ ਨੇ ਸਾਰਿਆਂ ਹੀ ਨਰਕਾਂ ਨੂੰ ਜਾਣਾ, ਉਹ ਕੁੰਡਾਂ 'ਚ ਡਿੱਗਣਾ ਸਾਰਿਆਂ ਨੇ। ਸਹੀ ਗੱਲ। ਜਦੋਂ ਕਿਸੇ ਨੂੰ ਇਸ ਗੱਲ ਦੀ ਵਿਚਾਰ ਨਹੀਂ, ਜਿੰਨਾ ਚਿਰ ਸਤਿਗੁਰ ਦੀ ਕਿਰਪਾ ਸੇ ਕਿਸੇ ਇਨਸਾਨ ਦੀ ਅੰਦਰ ਝਾਤੀ ਨਹੀਂ ਵੱਜੀ, ਉਹਨੂੰ ਬਾਹਰਲਾ ਕੋਈ ਪਤਾ ਨਹੀਂ। ਅੰਤਰ ਵੀ ਉਹੀ, ਬਾਹਰ ਵੀ ਉਹੀ, ਦਰਸ਼ਨ ਦੇ ਕੇ ਜੋ ਸਗਲੀ ਉਹੀ।
ਜਿਹੜਾ ਤੇ ਅੰਦਰ ਬੋਲਿਆ ਤੈਨੂੰ ਬਾਹਰ ਨਿਕਲ ਕੇ ਦੱਸੇ ਤਾਂ ਤੈਨੂੰ ਪਤਾ ਲੱਗੇ ਵੀ ਚੀਜ਼ ਕੀ ਹੈ ਇਹ। ਠੀਕ ਹੈ ਨਹੀਂ, ਫੇਰ ਤੈਨੂੰ ਦੁਨੀਆ ਦਾ ਪਤਾ ਲੱਗੇ। ਹਜੇ ਤਾਂ ਆਪਦੀ ਖੱਲ 'ਚ ਮੈਂ ਵੱਢਾਂ, ਤੂੰ ਕਹਿੰਦਾ ਮੈਂ ਵੱਢਾਂ। ਨਹੀਂ, ਇਹਦੇ ਵਿੱਚ ਨਹੀਂ ਹੈਗਾ ਕਿ ਉਹਦੇ ਵਿੱਚ ਜਿਹੜਾ ਆਪਣਾ ਮੂੰਹ ਦਾ ਭਜਨ ਹੈ ਨਾ, ਇਹ ਗਲਤ ਹੈ। ਕਿਉਂ? ਜੇ ਮੂੰਹ ਦੇ ਭਜਨ ਦੇ ਵਿੱਚ ਇੱਕ ਰਘੂ ਰਾਜਾ ਹੋਇਆ, ਜੇ ਰਘੂ ਰਾਜੇ ਦੀ ਕਥਾ ਪੜ੍ਹ ਕੇ ਵੇਖੋ, ਰਘੂ ਰਾਜੇ ਨੂੰ ਮੂੰਹ ਦਾ ਭਜਨ ਦਿੱਤਾ ਸੀਗਾ ਕਿਸੇ ਨੇ। ਜਿਵੇਂ ਆਪਾਂ